प्रस्तुत करता है डॉक्टर ऑर्थो आयुर्वेदिक ऑयल एंड कैप्सूल, जोड़ों के दर्द की बेजोड़ दवा। सह प्रायोजक हैं पेट सफा आयुर्वेदिक चूर्ण, पेट सफा तो हर रोग दफा। सीएम चन्नी ने किसानां ते खेत मजदूरां दे कर्ज मुआफी नूं लैके पीएम मोदी नूं लिखी चिट्ठी, कहा कर्जा मुआफी च केंद्र करे पहलकदमी, पंजाब सरकार भी पावेगी अपना हिस्सा। सीएम चन्नी ਵੱਲੋਂ पीएम मोदी ਨੂੰ ਲਿਖੀ ਚਿੱਠੀ ਤੇ ਭਖੀ ਸਿਆਸਤ। ਸੁਖਬੀਰ ਸਿੰਘ ਬਾਦਲ ਬੋਲੇ ਕੇਂਦਰ ਜਾਂ ਪੰਜਾਬ ਕਾਂਗਰਸ ਚੋਂ ਕਿਸਨੇ ਕੀਤਾ ਸੀ ਕਰਜ਼ ਮੁਆਫੀ ਦਾ ਵਾਅਦਾ, ਕਿਹਾ ਕਾਂਗਰਸ ਝੂਠ ਬੋਲਣ ਵਾਲੀ ਪਾਰਟੀ। ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਡਾ ਨੇ ਪ੍ਰੈਸ ਕਾਨਫਰੰਸ ਕਰ ਸੀਐਮ ਚੰਨੀ ਤੇ ਸਾਧਿਆ ਨਿਸ਼ਾਨਾ, ਕਿਹਾ ਦਲਿਤਾਂ ਦੇ ਨਾਂ ਤੇ ਸਿਰਫ ਵੋਟ ਬੈਂਕ ਦੀ ਸਿਆਸਤ ਨਾ ਹੋਵੇ, ਕਰੋਨਾ ਕਰਕੇ ਜਾਨ ਗਵਾਉਣ ਵਾਲਿਆਂ ਲਈ ਵੀ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਕੀਤੀ ਮੰਗ। ਨਿਵੇਸ਼ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ ਸੁਖਬੀਰ ਬਾਦਲ ਤੇ ਨਿਸ਼ਾਨਾ, ਕਿਹਾ ਸੂਬੇ 'ਚ ਨਿਵੇਸ਼ ਲਿਆਉਣ ਵਿੱਚ ਨਾਕਾਮ ਰਹੇ ਸੁਖਬੀਰ ਸਿੰਘ ਬਾਦਲ, ਸਨਅਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕਾਂਗਰਸ ਲਿਆ ਰਹੀ ਹੈ ਸਿੰਗਲ ਵਿੰਡੋ ਸਿਸਟਮ। ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼ਾਰਾਨਾ ਅੰਦਾਜ਼ 'ਚ ਕੈਪਟਨ ਤੇ ਸਾਧਿਆ ਨਿਸ਼ਾਨਾ, ਕਿਹਾ ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾਲ ਫਰੋਲ ਬੰਦਿਆ। ਕੋਰੋਨਾ ਦੇ ਨਵੇਂ ਵੇਰੀਐਂਟ ਓਮਿਕਰੋਨ ਨੂੰ ਲੈ ਕੇ ਸੂਬਿਆਂ ਦੀ ਕੇਂਦਰ ਨਾਲ ਹੋਈ ਬੈਠਕ, ਕੇਂਦਰ ਨੇ ਸੂਬਿਆਂ ਨੂੰ ਟੈਸਟਿੰਗ ਤੇਜ਼ ਕਰਨ ਦੀ ਦਿੱਤੀ ਸਲਾਹ। ਪੰਜਾਬ ਦੀਆਂ 2022 ਵਿਧਾਨ ਸਭਾ ਚੋਣਾਂ 'ਚ ਲੱਖਾ ਸਿਧਾਣਾ ਵੀ ਹੋਣ ਜਾ ਰਹੇ ਨੇ ਸਰਗਰਮ, ਜਲਦ ਕਰ ਸਕਦੇ ਨੇ ਆਪਣੀ ਸਿਆਸੀ ਪਾਰਟੀ ਦਾ ਐਲਾਨ, ਸਮਾਜ ਸੇਵੀ ਤੇ ਗਾਇਕ ਹੋਣਗੇ ਉਮੀਦਵਾਰ, 50 ਤੋਂ 70 ਸੀਟਾਂ ਤੇ ਚੋਣ ਲੜਨ ਦਾ ਇਰਾਦਾ। ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਦੀਪ ਸਿੰਘ ਪੰਜਾਬ ਡਿਬੇਟ ਲੈ ਕੇ ਹਾਜ਼ਰ ਹਾਂ। तमाम ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਗੱਲਬਾਤ ਕਰਾਂਗੇ ਅੱਜ ਕਿ ਜੋ ਸੀਐਮ ਚੰਨੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਗਈ ਹੈ ਅਤੇ ਕਰਜ਼ੇ ਮੁਆਫੀ ਦਾ ਜ਼ਿਕਰ ਕੀਤਾ ਗਿਆ। ਜੀ ਹਾਂ, ਕਰਜ਼ਾ ਮੁਆਫੀ ਉਹ ਮੁੱਦਾ ਜੋ ਕਿ 2017 ਦੀਆਂ ਚੋਣਾਂ ਦੇ ਵਿੱਚ ਜਿੱਥੇ ਇੱਕ ਪਾਸੇ ਬੇਅਦਬੀ ਦਾ ਮੁੱਦਾ ਸੀ, ਡਰੱਗਸ ਦਾ ਮੁੱਦਾ ਸੀ, ਨਸ਼ਿਆਂ ਦਾ ਮੁੱਦਾ ਸੀ, ਤਾਂ ਵੱਡੇ ਪੱਧਰ ਦੇ ਉੱਪਰ ਜਿਹੜਾ ਉਹ ਕਰਜ਼ ਮੁਆਫੀ ਦਾ ਮੁੱਦਾ ਵੀ ਉੱਭਰ ਰਿਹਾ ਸੀ ਔਰ ਕਾਂਗਰਸ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਣਨ ਤੇ ਜਿਹੜਾ ਉਹ ਕਰਜ਼ਾ ਮੁਆਫੀ ਕੀਤੀ ਜਾਵੇਗੀ ਔਰ ਹੁਣ ਤੱਕ ਜਿਹੜੀ ਆ ਉਹ ਕਰਜ਼ਾ ਮੁਆਫੀ ਕੀਤੀ ਵੀ ਗਈ ਹੈ। ਪਰ ਹੁਣ ਜਿਹੜੀ ਸੀਐਮ ਚੰਨੀ ਨੇ ਇੱਕ ਲੈਟਰ ਲਿਖੀ ਹੈ ਜੋ ਪ੍ਰਧਾਨ ਮੰਤਰੀ ਮੋਦੀ ਨੂੰ, ਉਸ ਦੇ ਵਿੱਚ ਜ਼ਿਕਰ ਕੀਤਾ ਕਿ ਕਰਜ਼ਾ ਮੁਆਫੀ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਕਰਜ਼ਾ ਮੁਆਫੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਕੋਈ ਇਹੋ ਜਿਹਾ ਸਕੀਮ ਲੈ ਕੇ ਆਉਣ, ਇਹੋ ਜਿਹਾ ਕੋਈ ਸਕੀਮ ਦੇ ਵਿੱਚ ਕੋਈ ਇਹੋ ਜਿਹਾ ਬਣਾਉਣ, ਸਕੀਮ ਬਣਾਉਣ ਜਿਸ ਦੇ ਵਿੱਚ ਕਰਜ਼ਾ ਮੁਆਫੀ ਹੋਵੇ ਔਰ ਪੰਜਾਬ ਵੀ ਉਸ ਦੇ ਵਿੱਚ ਆਪਣਾ ਹਿੱਸਾ ਯੋਗਦਾਨ ਪਾਏਗਾ। ਇਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਕਹਿ ਰਹੇ ਨੇ, ਟਵੀਟ ਵੀ ਕੀਤਾ ਬਾਅਦ ਦੇ ਵਿੱਚ ਉਹਨਾਂ ਨੇ। ਹਾਲਾਂਕਿ ਇਸ ਦੇ ਉੱਪਰ ਫਿਰ ਸਿਆਸਤ ਵੀ ਭਖੀ ਔਰ ਸੁਖਬੀਰ ਸਿੰਘ ਬਾਦਲ ਨੇ ਵੀ ਜੋ ਚੰਨੀ ਸਰਕਾਰ ਦੇ ਉੱਪਰ, ਕਾਂਗਰਸ ਸਰਕਾਰ ਦੇ ਉੱਪਰ ਟਵੀਟ ਦੇ ਜ਼ਰੀਏ ਹਮਲਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਝੂਠ ਬੋਲਣ ਵਾਲੀ ਪਾਰਟੀ ਹੈ। ਇਹ ਸੁਖਬੀਰ ਸਿੰਘ ਬਾਦਲ ਆਪਣੇ ਟਵੀਟ ਦੇ ਵਿੱਚ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ। ਸੋ ਇਸੇ ਮੁੱਦੇ ਉੱਪਰ ਆਪਾਂ ਅੱਜ ਪੰਜਾਬ ਡਿਬੇਟ ਕਰਾਂਗੇ, ਚਰਚਾ ਕਰਾਂਗੇ, ਗੱਲਬਾਤ ਕਰਾਂਗੇ ਔਰ ਇਸੇ ਮੁੱਦੇ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕੀ ਇਹੋ ਜਿਹਾ ਜਿਹੜਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੱਗਿਆ ਕਿ ਉਸ ਤੋਂ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਿਹੜਾ ਚਿੱਠੀ ਲਿਖੀ ਹੈ ਔਰ ਕਰਜ਼ਾ ਮੁਆਫੀ ਦਾ ਜ਼ਿਕਰ ਕੀਤਾ ਹੈ। ਸੋ ਆਮ ਆਦਮੀ ਪਾਰਟੀ ਤੋਂ ਆਰਪੀਐਸ ਮਲਹੋਤਰਾ, ਬੀਜੇਪੀ ਤੋਂ ਜੈਸਮੀਨ ਸੰਧਾਵਾਲੀਆ, ਅਕਾਲੀ ਦਲ ਤੋਂ ਕੈਪਟਨ ਗੁਰਜਿੰਦਰ ਸਿੰਘ ਸਿੱਧੂ, ਕਾਂਗਰਸ ਤੋਂ ਗੁਰਵਿੰਦਰ ਸਿੰਘ ਬਾਲੀ ਔਰ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਅੱਜ ਦੀ ਇਸ ਵਿਸ਼ੇਸ਼ ਚਰਚਾ ਦੇ ਵਿੱਚ ਜੁੜ ਗਏ ਨੇ। ਸਾਰੇ ਮਹਿਮਾਨਾਂ ਦਾ ਮੈਂ ਬਹੁਤ-ਬਹੁਤ ਤਹਿ ਦਿਲੋਂ ਸਵਾਗਤ ਕਰਦਾ। ਸੋ ਸ਼ੁਰੂਆਤ ਕਰਦੇ ਹਾਂ, ਜਿਸ ਤਰੀਕੇ ਨਾਲ ਇਹ ਚਿੱਠੀ ਲਿਖੀ ਗਈ ਹੈ ਗੁਰਵਿੰਦਰ ਬਾਲੀ ਜੀ, ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ ਤਾਂ ਮੈਂ ਜਾਣਨਾ ਚਾਹੂੰਗਾ ਕਿ ਕਰਜ਼ਾ ਮੁਆਫੀ ਦਾ ਜਿਹੜਾ ਵਾਅਦਾ ਸੀ, ਕਰਜ਼ਾ ਮੁਆਫੀ, ਕਰਜ਼ੇ ਨੂੰ ਮਾਫ ਕਰਨ ਵਾਲਾ ਪੰਜਾਬ 'ਚ 2017 ਦੀਆਂ ਚੋਣਾਂ ਤੋਂ ਪਹਿਲਾਂ ਕਾਫੀ ਇਹ ਸੁਰਖੀਆਂ ਦੇ ਵਿੱਚ ਰਿਹਾ ਔਰ ਬਾਅਦ 'ਚ ਵੀ ਕਾਫੀ ਸੁਰਖੀਆਂ ਦੇ ਵਿੱਚ ਰਿਹਾ।
ਜਿੱਥੇ ਤੱਕ ਮੇਰਾ ਆਈਡੀਆ ਹੈਗਾ ਤਾਂ 4700 ਕਰੋੜ ਜਿਹੜਾ ਇੱਕ ਮਾਫ ਕੀਤਾ ਗਿਆ ਔਰ 590 ਕਰੋੜ ਜਿਹੜਾ ਉਹ ਇੱਕ ਮਾਫ ਕੀਤਾ ਗਿਆ। ਅਗਰ ਮੈਂ ਦਰੁਸਤ ਹੈਗਾ ਤਾਂ ਇਹ ਅੰਕੜੇ ਮੇਰੇ ਕੋਲ ਜਿਹੜੇ ਹੈਗੇ ਨੇ। ਇਹ ਜਿਹੜਾ ਹੁਣ ਚਿੱਠੀ ਲਿਖੀ ਗਈ ਹੈ ਇਹ ਇਸ ਨੂੰ ਕਿਸ ਤਰੀਕੇ ਨਾਲ ਸਮਝਿਆ ਜਾਵੇ ਜੋ ਸੀਐਮ ਚੰਨੀ ਨੇ ਚਿੱਠੀ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ, ਕਿਉਂਕਿ ਵਾਅਦਾ ਤਾਂ 2017 ਦੇ ਵਿੱਚ ਕਾਂਗਰਸ ਪਾਰਟੀ ਨੇ ਕੀਤਾ ਸੀ। ਬਾਲੀ ਸਾਹਿਬ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ ਮੇਰੀ? तो मैं प्रोफेसर मनजीत सिंह को जाना चाहूँगा। प्रोफेसर साहब, अगर तुहाडे तक मेरी आवाज़ आ रही है तो मैं ये जानना चाहूँगा कि वादा कांग्रेस ने 2017 ਦੇ ਵਿੱਚ ਕੀਤਾ और ਹੁਣ चिट्ठी लिख रहे हैं मुख मंत्री चरणजीत सिंह चन्नी ਜਿਹੜੇ ਪ੍ਰਧਾਨ ਮੰਤਰੀ ਮੋਦੀ ਨੂੰ ਕਿ ਕਰਜ਼ੇ ਮੁਆਫੀ ਦੇ ਉੱਪਰ ਕੋਈ ਸਕੀਮ ਲਿਆਂਦੀ ਜਾਵੇ। ਇਸ ਨੂੰ ਕਿਵੇਂ ਦੇਖੀਏ? ਇਸ ਨੂੰ ਇਸ ਚੀਜ਼ ਦਾ ਦਬਾਅ ਵੀ ਮੰਨਿਆ ਜਾ ਸਕਦਾ ਕਿ ਜਿਹੜਾ ਕਿਸਾਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀਗਾ ਕਿ ਅਗਰ ਜਿਹੜਾ ਹੈਗਾ ਕਿ ਜਿਹੜੇ ਪੰਜਾਬ ਸਰਕਾਰ ਜਿਹੜੀ ਹੈ ਕਰਜ਼ਾ ਮਾਫ ਨਹੀਂ ਕਰਦੀ ਹੈਗੀ ਤਾਂ ਇੱਕ ਅੰਦੋਲਨ ਪੰਜਾਬ ਸਰਕਾਰ ਖਿਲਾਫ ਵੀ ਵਿੱਢਿਆ ਜਾ ਸਕਦਾ ਦਿੱਲੀ ਤੇ ਬਰੂਹਾਂ ਤੋਂ ਵਿਹਲੇ ਹੋਣ ਤੋਂ ਬਾਅਦ। ਦੇਖੋ, ਜਦੋਂ ਵੀ ਮੌਸਮ ਚੋਣਾਂ ਦਾ ਆਉਂਦਾ, ਇੱਕ ਤੇ ਜਿਹੜੀਆਂ ਆਲਰੇਡੀ ਪਾਰਟੀਆਂ ਹੈਗੀਆਂ, ਜਿਹੜੀਆਂ ਪੁਰਾਣੀਆਂ ਪਾਰਟੀਆਂ, ਉਹ ਇਹੋ ਜਿਹੇ ਵੱਡੇ ਸਗੂਫੇ ਛੱਡਦੀਆਂ, ਵੱਡੇ ਵਾਅਦੇ ਕਰਦੀਆਂ ਕਿ ਹਨੇਰੀ ਲਿਆ ਦਿੰਦੀਆਂ। ਮੈਨੂੰ ਤੇ ਲੱਗਦਾ ਜੇ ਕੇਂਦਰੀ ਸਰਕਾਰ ਦੇ ਵੀ ਜਿੱਦਾਂ ਬਜਟ ਆ ਉਹ ਪੰਜਾਬ ਲਈ ਬਜਟ ਉਹ ਵੀ ਥੋੜਾ ਪੈ ਜੇ, ਇਹੋ ਜਿਹੇ ਵਾਅਦੇ ਕਰਦੇ। ਹਾਲਤ ਇਹ ਹੈ, ਜਾਨੀ ਗੱਪ ਮਾਰ ਲੱਗਿਆ ਮੂੰਹ ਨਹੀਂ ਦੇਖਦੇ, ਲਿਖੀ ਜਾਂਦੇ। ਜੇ ਇਹਦਾ ਦੇਖਿਆ ਜਾਏ ਕਿ ਕਿਉਂ ਏਡੀਆਂ ਵੱਡੀਆਂ ਗੱਪਾਂ ਮਾਰਦੇ, ਕਿਉਂਕਿ ਵਿਕਦੀਆਂ। ਜੇ ਕੋਈ ਨਹੀਂ ਖਰੀਦੇ ਤੇ ਨਾ ਮਾਰ। ਲੋਕੀ ਆਪਣੀ ਲਿਚਾਰੀ ਚੋਂ ਜਾਂ ਕਿਸੇ ਵੀ ਕਿਸਮ ਦੀ ਇਗਨੋਰੈਂਸ ਚੋਂ, ਅਣਜਾਣਤਾ ਚੋਂ, ਭੋਲੇਪਣ ਚੋਂ ਵਾਅਦਿਆਂ ਤੇ ਕਾਫੀ ਭਰੋਸਾ ਕਰ ਵੀ ਲੈਂਦੇ, ਤਾਂ ਹੀ ਉਹ ਝੂਠੇ ਵਾਅਦੇ ਕਰਦੇ। ਇਹ ਕਦੀ ਨਹੀਂ ਹੋਇਆ ਕਿ ਜਿਹੜੇ ਵਾਅਦੇ ਕਰਦੇ ਉਹਦੀ ਜਵਾਬਦੇਹੀ ਵੀ ਉਸੇ ਤਰੀਕੇ ਨਾਲ ਆਮ ਵੋਟਰ ਵੱਲੋਂ ਲਈ ਜਾਏ। ਪੋਲੀਟੀਕਲ ਪਾਰਟੀਆਂ ਤੇ ਇੱਕ ਦੂਜੇ ਦੇ ਚਿੱਕੜਸਾਲੀ ਕਰੀ ਜਾਂਦੀਆਂ, ਉਹਦੇ ਕਰਦੀਆਂ ਤੂੰ ਇੰਨਾ ਵਾਅਦਾ ਕੀਤਾ ਸੀ, ਉਹਨਾਂ ਨੂੰ ਇਹ ਪੁੱਛੇ ਵੀ ਤੂੰ ਕਿੰਨਾ ਕੀਤਾ ਸੀ। ਹੁਣ ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ, ਤਿੰਨਾਂ ਦੇ ਮੈਨੀਫੈਸਟੋ ਦੇਖ ਲਓ, ਮੇਰੇ ਕੋਲ ਤੇ ਤਿੰਨਾਂ ਦੇ ਪਏ ਆ। ਕਿਸੇ ਨੇ ਘੱਟ ਨਹੀਂ ਗੁਜ਼ਾਰੀ, ਭਾਵੇਂ ਰੁਜ਼ਗਾਰ ਦੀ ਗੱਲ ਸੀਗੀ, ਭਾਵੇਂ ਹੋਰ ਗੱਲਾਂ ਸੀ, ਕਰਜ਼ੇ ਦੀਆਂ, ਜਾਂ ਆਪਣੀ ਕਿਸਮ ਦੇ ਵਾਅਦੇ ਸੀਗੇ, ਐਨ ਸਮਾਨ ਨੂੰ ਟਾਕੀਆਂ ਲਾਈਆਂ ਹੋਈਆਂ ਸੀ। ਉਹ ਫਿਰ ਗੱਲ ਦਾ ਮਤਲਬ ਇਹ ਹੈ ਕਿ ਜਦ ਸਰਕਾਰ ਕੋਲ ਪੈਸਾ ਹੀ ਨਹੀਂ ਉਹਨਾਂ ਹੈਗਾ, ਤੁਸੀਂ ਉਹੋ ਜਿਹੇ ਵਾਅਦੇ ਕਿਉਂ ਕਰਦੇ? ਤਾਂ ਹੀ ਅਸੀਂ ਬਾਰ-ਬਾਰ ਕਹਿੰਦੇ ਕਿ ਇਹ ਐਫੀਡੇਵਿਟ ਤੇ ਸਾਰਾ ਜਿਹੜਾ ਚੋਣ ਵਾਅਦੇ ਹੋਣੇ ਜਾਣੇ ਚਾਹੀਦੇ। ਇਲੈਕਸ਼ਨ ਕਮਿਸ਼ਨ ਨੂੰ ਸੁਧਾਰ ਕਰਨੇ ਚਾਹੀਦੇ ਆ। ਬੜੀ ਦੇਰ ਹੋ ਗਈ ਆ, ਨਹੀਂ ਤੇ ਲੋਕੀ ਬਾਰ-ਬਾਰ ਇਸੇ ਤਰ੍ਹਾਂ ਬੇਵਕੂਫ ਬਣਦੇ ਆ। ਤੇ ਇਹਦੇ ਚ ਕੋਈ ਦੋ ਰਾਏ ਨਹੀਂ ਕਿ ਕਾਂਗਰਸ ਨੇ ਵੀ ਉਸੇ ਹੀ ਇੱਕ ਜਿਹੜੀ ਰਵਾਇਤ ਪੈ ਗਈ ਪਿਛਲੇ 25-30 ਸਾਲਾਂ ਤੋਂ ਕਿ ਮੋਟੀਆਂ ਗੱਪਾਂ ਮਾਰੋ, ਲੋਕਾਂ ਦਾ ਬੇਵਕੂਫ ਬਣਾਓ, ਵੋਟਾਂ ਝਾੜੂ ਨਾਲ ਇਕੱਠੀਆਂ ਕਰੋ। ਕੇਜਰੀਵਾਲ ਕੋਲ ਤੇ ਸਰਕਾਰੀ ਝਾੜੂ ਹੈਗਾ, ਉਹਨਾਂ ਦਾ ਚੋਣ ਨਿਸ਼ਾਨੀ ਝਾੜੂ, ਬਾਕੀ ਵੀ ਝਾੜੂ ਲਾ ਕੇ ਵੋਟਾਂ ਇਕੱਠੀਆਂ ਕਰ ਲੈਂਦੇ ਆ। ਰਹੀ ਗੱਲ ਅਗਲੀ ਜਿਹੜੀ ਚੰਨੀ ਨੇ ਚਿੱਠੀ ਲਿਖੀ, ਇਹ ਇੰਪੋਰਟੈਂਟ ਗੱਲ ਹੈ। ਜੇ ਪੰਜਾਬ ਡੁੱਬਿਆ ਤੇ ਸਾਡੇ ਲੀਡਰਾਂ ਨੇ ਤੇ ਡੋਬਿਆ ਹੀ ਡੋਬਿਆ, ਕੇਂਦਰ ਨੇ ਵੀ ਸਾਨੂੰ ਬਹੁਤ ਡੋਬਿਆ, ਇਹਦੇ ਚ ਕੋਈ ਦੋ ਰਾਏ। ਅਸੀਂ ਆਪਣੀ ਬਦਕਿਸਮਤੀ ਕਰਕੇ ਨਹੀਂ ਹੋਏ, ਸਾਡੇ ਲੀਡਰਾਂ ਕੱਲਿਆਂ ਕਰਕੇ ਨਹੀਂ ਹੋਏ, ਉਹਨਾਂ ਫੇਲ ਕੀਤਾ ਸਾਨੂੰ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਕੇਂਦਰ ਨੇ ਜੋ 84 ਦੇ ਵਿੱਚ ਜਿੰਨੀ ਇੱਥੇ ਸਾਰਾ ਕੁਝ ਹੋਇਆ, ਉਦੋਂ ਬਾਅਦ 8-9 ਸਾਲ ਹੁੰਦਾ ਰਿਹਾ, ਉਹ ਕਿਹਨੂੰ ਖਰਚਾ ਪਾਇਆ? ਕਦੀ ਕਿਸੇ ਨੇ ਸੋਚਿਆ ਵੀ ਕਿਹਨੂੰ ਖਰਚਾ ਪਾਇਆ? ਪੰਜਾਬ ਨੂੰ ਖਰਚਾ ਪਾਇਆ। ਤਾਂ ਫਿਰ ਕਿਉਂ? ਇੱਕ ਹੀ ਗੱਲ, ਇਹ ਅਸੀਂ ਆਪ ਕੀਤਾ ਸੀਗਾ, ਕੇਂਦਰ ਨੇ ਕੀਤਾ ਸਾਡੇ ਨਾਲ ਧੱਕਾ ਵੀ ਕੀਤਾ, ਸਾਡੇ ਤੋਂ ਪੈਸੇ ਵੀ ਲਏ। ਆ ਜਾਣ ਲੱਗਿਆ ਸੁਖਬੀਰ ਸਿੰਘ ਬਾਦਲ ਹੋਣਾ ਕੋਲ ਜਿਹੜਾ 31,000 ਕਰੋੜ ਰੁਪਈਆ ਉਹ ਲਿਖਵਾ ਲਿਆ, ਉਹਦੀ ਕੀ ਲੋੜ ਸੀ ਵੀ ਇੰਨਾ ਪੁਰਾਣਾ ਇਕੱਠਾ ਪੈਸਾ ਗਾਂ ਤੋਂ ਗਾਂ ਰੋਲ ਹੋਈ ਜਾਂਦਾ ਸੀ, ਉਹਨੂੰ ਮਾਫ ਕਰਤੇ। ਜਿਹਦੇ ਤੇ ਸਾਡੇ ਲੀਡਰਾਂ ਨੂੰ ਇਸ ਗੱਲ ਤੇ ਕਰਨੀ ਚਾਹੀਦੀ ਸੀਗੀ ਕਿ ਦੇਖੋ ਜੀ, ਸਾਡੀ ਕਿਸਾਨੀ ਅੱਗੇ ਹੀ 90,000 ਕਰੋੜ ਦੇ ਕਰਜ਼ੇ ਥੱਲੇ ਆ, ਅਸੀਂ ਨਹੀਂ ਦੇ ਸਕਦੇ, ਮਾਫ ਕਰੋ। ਇਹ ਤੁਸੀਂ ਹੁਣ ਇਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਤਰੀਕਾ ਕੱਢ ਕੇ ਵੇਵ ਕਰੋ, ਨਹੀਂ ਤੇ ਅਸੀਂ 31,000 ਦੀ ਜਗ੍ਹਾ 5-5 ਹਜ਼ਾਰ ਕਰੋੜ ਕਿਸ਼ਤ ਬਣਾ ਲਓ, ਅਸੀਂ ਦੇਖ ਲਾਂਗੇ।
ਸੂਦ ਨਾ ਲਾਇਓ ਇਹਦੇ ਤੇ, ਹੋਰ ਅਸੀਂ ਫਿਰ ਹੌਲੀ 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 ਠੀਕ ਕਰਕੇ ਜਿੰਨੀਆਂ ਆਉਣ ਵਾਲੀਆਂ ਕਈ ਸਰਕਾਰਾਂ ਨਿਕਲ ਜਾਊਗਾ। ਇਸ ਕਿਸਮ ਦੀ ਕੋਈ ਗੱਲ ਹੋਣੀ ਚਾਹੀਦੀ ਸੀ, ਨਹੀਂ ਹੋਈ ਇਹ ਗੱਲ। ਜੇ ਪੰਜਾਬ ਗਰੀਬ ਹੋਇਆ, ਪੰਜਾਬ ਦੀ ਤਬਾਹੀ ਹੋਈ, ਖੇਤੀ ਦੀ ਤਬਾਹੀ ਹੋਈ, ਤੇ ਉਹਦਾ ਕਾਰਨ ਇਹ ਵੀ ਹੈ ਕਿ ਹਰਾ ਇਨਕਲਾਬ ਸਾਨੂੰ ਚੁਣਿਆ ਕਿਉਂਕਿ ਇਹ ਲੋਕ ਮਿਹਨਤੀ, ਔਰ ਇਹਨਾਂ ਦੀ ਖੇਤੀ ਵਾਲਿਆਂ ਦੀ, ਸਾਡੇ ਦੀ ਜੋ ਸੰਕਟ ਆ 90,000 ਕਰੋੜ ਦਾ, ਉਹਦਾ ਕਾਰਨ ਇਹ ਹੈਗਾ 90,000 ਕਰੋੜ ਦੇ ਸੰਕਟ ਦਾ ਕਿ ਕੇਂਦਰ ਨੂੰ ਅਸੀਂ ਸਸਤਾ ਅਨਾਜ ਸਾਡੇ ਕੋਲ ਖੋ ਕੇ ਲਿਜਾਂਦੇ ਰਹੇ ਆ। ਜੇ ਉਹਨਾਂ ਨੂੰ ਪੂਰੀ ਕੀਮਤ ਮਿਲਦੀ ਹੁੰਦੀ, ਅਸੀਂ ਅਮੀਰ ਹੁੰਦੇ, ਸਾਡੇ ਬੇਰੁਜ਼ਗਾਰੀ ਨਾ ਹੁੰਦੀ, ਸਾਡੇ ਬੱਚੇ ਬਾਹਰ ਨਾ ਜਾਂਦੇ। ਸਾਡੇ ਆਪਣੇ ਲੀਡਰਾਂ ਨੇ ਹੈਲਥ ਤੇ ਐਜੂਕੇਸ਼ਨ ਸਿਸਟਮ ਨੂੰ ਤਬਾਹ ਕੀਤਾ। ਹੋਰ ਹੀ ਕਈ ਕੁਛ ਦੁਕਾਨਾਂ ਇੱਧਰ ਉੱਧਰ ਦੀਆਂ ਖੋਲ ਕੇ ਅਜੇ ਵੀ ਲੁੱਟਣੋਂ ਹਟਦੇ ਨਹੀਂ, ਅਜੇ ਵੀ ਰੋਕਾ ਨਹੀਂ ਹੈ। ਬਹੁਤੀ ਜ਼ਿੰਮੇਵਾਰੀ ਸਾਡੇ ਆਪਣੇ ਲੀਡਰਾਂ ਦੀ ਹੈ, ਵਿੱਚੇ ਕਾਂਗਰਸ ਤੇ ਬਾਕੀ ਰਾਜ ਕਰਨ ਵਾਲੀਆਂ ਦੀ। ਪਰ ਸੈਂਟਰ ਨੇ ਵੀ ਸਾਡੇ ਨਾਲ, ਮੈਂ ਫਿਰ ਕਹਿੰਦਾ, ਧੱਕਾ ਕੀਤਾ। ਇਸ ਲਈ ਸੈਂਟਰ ਦੀ ਵੀ ਜ਼ਿੰਮੇਵਾਰੀ ਹੈ। ਮੈਂ ਹੁਣ ਲਾਸਟ ਗੱਲ ਇੱਕੋ ਤੋਂ ਅੰਦਾਜ਼ਾ ਲੈ ਲਓ, 1 ਕਿਲੋ ਝੋਨਾ ਚੌਲ ਪੈਦਾ ਕਰਨ ਲਈ 5000 ਲੀਟਰ, ਇਹ ਕੈਲਕੂਲੇਟ ਕੀਤਾ ਯੂਨੀਵਰਸਿਟੀਆਂ ਨੇ, 5000 ਲੀਟਰ ਪਾਣੀ ਸਾਡਾ ਸੈਂਟਰ ਨੂੰ ਜਾਂਦਾ। 1 ਰੁਪਈਆ 20 ਰੁਪਈਏ ਦੀ ਬੋਤਲ ਸਾਨੂੰ ਦਿੱਤੀ ਜਾਂਦੀ ਹੈ, 5000 ਲੀਟਰ ਨੂੰ 20 ਨਾਲ ਗੁਣਾ ਕਰਕੇ ਕਰੋ ਕਿੰਨਾ ਸਾਡਾ ਪਾਣੀ ਲੈ ਗਏ। ਇਸੇ ਤਰੀਕੇ ਨਾਲ ਸਾਡਾ ਪਾਣੀ ਰਾਜਸਥਾਨ ਨੂੰ 8 MAF, ਉਹਨਾਂ ਪੰਜਾਬ ਚ ਉਦੋਂ ਅੱਧਾ ਵੀ ਨਹੀਂ ਅਸੀਂ ਵਰਤਦੇ ਜਿੰਨਾ ਰਾਜਸਥਾਨ ਨੂੰ ਪਾਣੀ ਤੁਰੀ ਜਾਂਦਾ। ਕੋਈ ਪੈਸਾ ਨਹੀਂ ਦਿੱਤਾ ਅਜੇ ਤੱਕ। ਕਿਉਂ ਨਹੀਂ? ਸਾਡੀਆਂ ਪਾਰਟੀਆਂ ਮੰਗਦੀਆਂ, ਕੇਂਦਰ ਵੀ ਸਾਡੇ ਨਾਲ ਧੱਕਾ ਕਾਫੀ ਕਰ। ਠੀਕ ਹੈ ਪ੍ਰੋਫੈਸਰ ਸਾਹਿਬ, ਅਕਾਲੀ ਦਲ ਦੇ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਜੁੜੇ ਨੇ। ਕੈਪਟਨ ਸਾਹਿਬ, ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ, ਅਕਸਰ ਲੋਲੀਪੌਪ ਦਾ ਜ਼ਿਕਰ ਬਹੁਤ ਕਰਦੇ ਹੁੰਦੇ ਨੇ। ਤਾਂ ਇਹ ਮਸਲੇ ਨੂੰ ਹੁਣ ਕਿਵੇਂ ਸਮਝੀਏ ਕਿ ਜਿਹੜਾ 2017 ਦੇ ਵਿੱਚ ਕਿਸਾਨਾਂ ਨੂੰ ਲੋਲੀਪੌਪ ਦੇਣ ਦਾ ਆਪਾਂ ਕਹਿ ਲਈਏ ਕਿ ਕਾਂਗਰਸ ਨੇ ਵਾਅਦਾ ਕੀਤਾ ਸੀ, ਹੁਣ ਕਿਤੇ ਨਾ ਕਿਤੇ ਸੂਬਾ ਸਰਕਾਰ ਤੋਂ ਪੂਰਾ ਨਹੀਂ ਹੋ ਰਿਹਾ, ਇਸ ਕਰਕੇ ਜਿਹੜੀ ਕੇਂਦਰ ਸਰਕਾਰ ਵੱਲ ਦਾ ਰੁਖ ਕੀਤਾ ਜਾ ਰਿਹਾ? ਨਹੀਂ ਜੀ, ਗੱਲ ਇਹ ਹੈ ਵੀ ਅੱਜ ਹੁਣ ਕੇਂਦਰ ਸਰਕਾਰ, ਜਿਹੜੀ ਸੂਬਾ ਸਰਕਾਰ ਹੈ, ਇਹ ਫਸੀ ਦਿਖਾਈ ਦਿੰਦੀ ਹੈ, ਕਿਉਂਕਿ ਕਿਸਾਨਾਂ ਨੇ ਕੱਲ ਐਲਾਨ ਕਰ ਦਿੱਤਾ ਕਿ ਅਸੀਂ ਹੁਣ ਕੇਂਦਰ ਨਾਲ ਤਾਂ ਨਿਬੜ ਲਿਆ ਤੇ ਹੁਣ ਅਸੀਂ ਆ ਕੇ ਸੂਬਾ ਸਰਕਾਰ ਨਾਲ ਨਿਬੜਾਂਗੇ। ਤੇ ਇਸ ਲਈ ਇਹਨਾਂ ਨੂੰ ਡਰਨ ਲੱਗੇ ਇਹ, ਤੇ ਇਹਨਾਂ ਨੇ ਉਸ ਦਾ ਜਿਹੜਾ ਪ੍ਰੀਕਾਸ਼ਨਰੀ ਮੈਜਰ ਇਹ ਹੈ ਕਿ ਉਹਨਾਂ ਨੇ PM ਨੂੰ ਚਿੱਠੀ ਲਿਖੀ। ਅੱਛਾ, ਮਤਲਬ ਤੁਹਾਡਾ ਕਹਿਣ ਦਾ ਮਤਲਬ ਕਿ ਆਪਣਾ ਬਚਾਅ ਦੇ ਪੱਖ ਦੇ ਵਿੱਚ ਚਿੱਠੀ ਲਿਖ ਰਹੇ ਨੇ? ਬਿਲਕੁਲ, ਆਪਣੇ ਬਚਾਅ ਦੇ ਪੱਖ ਵਿੱਚ ਚਿੱਠੀ ਲਿਖ ਰਹੇ ਤਾਂ ਕਿ ਇਹ ਕੱਲ ਨੂੰ ਉਹਨਾਂ ਨੂੰ ਵੀ ਬੇਵਕੂਫ ਬਣਾ ਸਕਣ ਵੀ ਦੇਖੋ ਜੀ ਅਸੀਂ ਤਾਂ ਕੇਂਦਰ ਸਰਕਾਰ ਨੂੰ ਚਿੱਠੀ ਲਿਖਤੀ, ਤੇ ਜਿੱਥੇ ਸਾਡੇ ਪ੍ਰਧਾਨ ਸਾਹਿਬ ਨੇ ਬੜਾ ਕਲੀਅਰ ਕੱਟ ਕਿਹਾ ਹੈ ਕਿ ਇਹ ਜਿਹੜਾ ਵਾਅਦਾ ਕੀਤਾ ਸੀ ਇਹ ਕਾਂਗਰਸ ਪਾਰਟੀ ਨੇ ਕੀਤਾ ਸੀ ਕਿ ਅਸੀਂ ਤੁਹਾਡੇ ਸਾਰੇ ਕਰਜ਼ੇ, ਚਾਹੇ ਉਹ ਆੜ੍ਹਤੀਆਂ ਦਾ ਹੋਵੇ, ਚਾਹੇ ਉਹ ਬੈਂਕਾਂ ਦਾ ਹੋਵੇ, ਚਾਹੇ ਉਹ ਸੁਸਾਇਟੀਆਂ ਦਾ ਹੋਵੇ, ਉਹ ਅਸੀਂ ਮਾਫ ਕਰਾਂਗੇ। ਇਹਨਾਂ ਦੀ ਮੈਨੀਫੈਸਟੋ ਕਹਿੰਦੀ ਹੈ ਉਹ 'ਚ ਅਸੀਂ ਕਿਹੜਾ ਝੂਠ ਬੋਲਦੇ ਹਾਂ ਜੀ। ਬਾਕੀ ਰਹੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਨੇ ਗੱਲ ਜਿਹੜੀ ਕਹੀ ਹੈ ਕੇਂਦਰ ਸਰਕਾਰ ਦੀ, ਮੈਂ ਉਹਦੇ ਵੀ ਉਹਨਾਂ ਨਾਲ ਸਹਿਮਤ ਹਾਂ, ਕਿਉਂਕਿ ਪ੍ਰੋਫੈਸਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਿ ਜਿਹੜਾ ਅੱਤਵਾਦ ਪੈਦਾ ਕੀਤਾ ਸੀ ਇਹ ਉਦੋਂ ਦੀ ਕਾਂਗਰਸ ਸਰਕਾਰ ਨੇ ਕੀਤਾ ਸੀ ਪੰਜਾਬ ਵਿੱਚ, ਔਰ ਜਿਹੜਾ 31,000 ਲੱਖ ਕਰੋੜ ਦਾ ਕਰਜ਼ਾ ਚੜਿਆ ਸੀ ਉਹ ਯੂਨਿਟੀ ਐਂਡ ਇੰਟੈਗ੍ਰਿਟੀ ਦੇਸ਼ ਦੀ ਖਾਤਰ ਲੜਦਿਆਂ ਪੰਜਾਬ ਸਿਰ ਚੜ ਗਿਆ ਸੀ। ਉਹ ਸੈਂਟਰ ਨੂੰ ਉਹ ਕਰਨਾ ਚਾਹੀਦਾ, ਇਹ ਕਿਹੜੀ ਗੱਲ ਹੈ। ਹਾਂ, ਇਹ ਜ਼ਰੂਰ ਕਿਤੇ ਨਾ ਕਿਤੇ ਸਾਡੀ ਲੀਡਰਸ਼ਿਪ ਦੀ ਕਮਜ਼ੋਰੀ ਹੈ ਕਿ ਅਸੀਂ ਉਹਨੂੰ ਸਟਰੋਂਗਲੀ ਪੁੱਟ ਨਹੀਂ ਕਰ ਸਕੇ ਕਿ ਸਾਨੂੰ ਮਤਲਬ ਇਹ ਮਾਫ ਕਰੋ ਇਹ ਕਰਜ਼ਾ, ਕਿਉਂਕਿ ਇਹ ਪੂਰੇ ਦੇਸ਼ ਦਾ ਮਾਮਲਾ ਸੀ, ਨਾ ਕਿ ਇਕੱਲੇ ਪੰਜਾਬ ਦਾ ਮਾਮਲਾ। ਬਾਕੀ ਰਹੀ ਗੱਲ ਕਾਂਗਰਸ ਜਿਹੜੀ ਪਾਰਟੀ ਹੈ ਜੀ, ਇਹ ਸ਼ੁਰੂ ਤੋਂ ਹੀ, ਕਿਉਂਕਿ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ 1947 ਦੇ ਵਿੱਚ ਇਹ ਤਾਂ ਉਦੋਂ ਇਹਨਾਂ ਦੀ ਨੀਂਦ ਖੁੱਲੀ ਕਾਂਗਰਸ ਦੀ, ਜਦੋਂ ਜੈ ਪ੍ਰਕਾਸ਼ ਨਾਰਾਇਣ ਨੇ ਇਹਨਾਂ ਨੂੰ ਆ ਕੇ ਹਲੂਣਿਆ ਕਿ ਤੁਸੀਂ ਕਰੀ ਕੀ ਜਾਂਦੇ ਹੋ। ਦੇਸ਼ ਦੀ ਪਾਪੂਲੇਸ਼ਨ 58 ਕਰੋੜ ਤੋਂ ਜਾ ਕੇ 100 ਕਰੋੜ ਕ੍ਰਾਸ ਕਰ ਗਈ, ਔਰ ਗਰੀਬੀ ਛੜੱਪੇ ਮਾਰ ਕੇ ਵੱਧ ਰਹੀ ਹੈ, ਔਰ ਇਹ ਸਿਰਫ ਝੂਠ ਤੇ ਲਾਰਿਆਂ ਦੇ ਸਿਰ ਤੇ ਇਹਨਾਂ ਨੇ ਹਿੰਦੁਸਤਾਨ ਤੇ 40 ਸਾਲ ਰਾਜ ਕੀਤਾ। ਔਰ ਇਵੇਂ ਜਿਵੇਂ ਪੰਜਾਬ ਦੇ ਵਿੱਚ ਵੀ ਤੁਹਾਡੇ ਸਾਹਮਣੇ, ਇਹ ਤਾਂ ਕੋਈ ਬਹੁਤੀ ਪੁਰਾਣੀ ਗੱਲ ਨਹੀਂ, ਅੱਜ ਤੋਂ ਸਿਰਫ 2017 ਦੇ ਵਿੱਚ ਕੈਪਟਨ ਸਾਹਿਬ ਨੇ ਹੱਥ ਵਿੱਚ ਗੁਟਕਾ ਫੜ ਕੇ ਤਲਵੰਡੀ ਸਾਹਿਬ ਉਹ ਗੱਲ ਕਹੀ ਕਿ ਜੀ ਮੈਂ ਨਸ਼ੇ ਖਤਮ ਕਰ ਦਿਆਂਗਾ। ਅਸੀਂ ਤਾਂ ਫੇਰ ਵਾਰ-ਵਾਰ ਕਹਿੰਦੇ ਆ, ਇਹ ਕਹਿੰਦੇ ਵੱਡੀਆਂ ਮੱਛੀਆਂ ਨੂੰ ਨਹੀਂ ਫੜਦੇ, ਸਿੱਧੂ ਰੌਲਾ ਪਾਈ ਜਾਂਦੇ ਨੇ ਸਿੱਧੂ ਸਾਹਿਬ, ਨਵਜੋਤ ਸਿੱਧੂ ਜੀ ਫੜ ਲਓ ਯਾਰ, ਜਿਹੜਾ ਕੋਈ ਬੰਦਾ ਕੋਈ ਨਸ਼ੇ ਵੇਚਦਾ ਹੈ ਫੜ ਲਓ, ਉਹ 'ਚ ਕਿਹੜੀ ਗੱਲ ਹੈ। ਹਾਂ, ਝੂਠੇ ਗੱਲਾਂ ਕਰਨੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਲੋਕਾਂ ਨੂੰ ਗੁੰਮਰਾਹ ਕਰਨਾ। ਜੇ ਕੋਈ ਸੱਚੀ ਗੱਲ ਹੈ, ਕਿਉਂਕਿ ਆਪਣੇ ਮੁਲਕ ਦੇ ਵਿੱਚ ਇਹ ਵੀ ਉਹ ਹੈ ਕਿ ਝੂਠਾ ਪਰਚਾ ਜਿਹਦੇ ਮਰਜ਼ੀ ਪਾ ਦਿਓ ਮਗਰੋਂ ਤੁਰਿਆ ਫਿਰਦਾ, ਕਿਉਂਕਿ ਬਹੁਤ ਸਾਰੇ ਪੋਲੀਟੀਕਲ ਲੀਡਰਾਂ ਦੇ ਉੱਤੇ ਝੂਠੇ ਪਰਚੇ ਵੀ ਪਾ ਦਿੰਦੇ ਨੇ ਇਹ ਜਿਹੜੀਆਂ ਰੂਲਿੰਗ ਪਾਰਟੀਆਂ ਹੁੰਦੀਆਂ ਨੇ। ਇਹ ਵੀ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹੀਦਾ। ਤੇ ਇਸ ਲਈ ਜਿਹੜਾ ਤੁਸੀਂ ਅੱਜ ਜਿਹੜਾ ਡਿਬੇਟ ਦਾ ਜਿਹੜਾ ਆਪਣਾ ਟੌਪਿਕ ਹੈ ਕਿ ਇਹਨਾਂ ਨੇ
ਸੈਂਟਰ ਨੂੰ ਚਿੱਠੀ ਲਿਖਤੀ, ਇਟ ਇਜ਼ ਜਸਟ ਟੂ ਮਿਸਗਾਈਡ ਦਾ ਫਾਰਮਰਸ ਕਿ ਬਈ ਅਸੀਂ ਤਾਂ ਇਹ ਦੇਖੋ ਕੇਂਦਰ ਸਰਕਾਰ ਨੂੰ ਚਿੱਠੀ ਲਿਖਤੀ ਤੇ ਤੁਹਾਡਾ ਕਰਜ਼ਾ ਹੁਣ ਕੇਂਦਰ ਨੂੰ ਥੋੜਾ ਮਾਫ ਕਰਨਾ, ਥੋੜਾ ਅਸੀਂ ਵੀ ਕਰਾਂਗੇ ਤੇ ਸਾਨੂੰ ਤੁਸੀਂ ਪਾਵਰ 'ਚ ਲਿਆਓ, ਅਸੀਂ ਤੁਹਾਡਾ ਦੁਬਾਰੇ ਕਰ ਦਿਆਂਗੇ। ਤੁਹਾਡਾ ਕਹਿਣ ਦਾ ਮਤਲਬ ਵੀ ਮਸਲੇ ਤੋਂ ਕਿਸਾਨਾਂ ਨੂੰ ਮਸਲੇ ਭੜਕਾਇਆ ਜਾ ਰਿਹਾ। ਕੀ ਕਿਹਾ ਸੀ ਤੁਸੀਂ? ਤੁਹਾਡਾ ਕਹਿਣ ਦਾ ਮਤਲਬ ਹੈ ਕਿਸਾਨਾਂ ਨੂੰ ਜਿਹੜਾ ਮੇਨ ਮਸਲਾ ਸੀਗਾ, ਜੋ ਵਾਅਦਾ ਕੀਤਾ ਸੀਗਾ ਕਾਂਗਰਸ ਨੇ 2017 ਚ, ਉਸ ਤੋਂ ਭਟਕਾਇਆ ਜਾ ਰਿਹਾ ਹੈ। ਬਿਲਕੁਲ ਉਸ ਤੋਂ ਭੜਕਾਇਆ ਜਾ ਰਿਹਾ ਜੀ, ਔਰ ਇਹ ਸੈਕੰਡ ਲੋਲੀਪੌਪ ਤਿਆਰ ਹੋ ਰਿਹਾ ਹੈ। ਔਰ ਮੈਨੂੰ ਇਹ ਲੱਗਦਾ ਵੀ ਜਿਹੜਾ ਸਿੱਧੂ ਕਿਤੇ ਨਾ ਕਿਤੇ ਰੌਲਾ ਪਾਈ ਜਾਂਦਾ ਹੈ, ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਰੌਲਾ ਪਾ ਰਹੇ ਨੇ ਚੰਨੀ ਦੇ ਖਿਲਾਫ ਕਿ ਰੇਤਾ ਨਹੀਂ ਮਿਲਦਾ, ਫਲਾਨਾ ਨਹੀਂ ਮਿਲਦਾ, ਢਿਮਕਾ ਨਹੀਂ ਮਿਲਦਾ, ਉਹ ਇੱਕ ਤਰ੍ਹਾਂ ਦੀ ਗੁੰਮਰਾਹ ਨੀਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ। ਦੇਖੋ ਇੱਕ ਬੰਦਾ ਕਰੀ ਜਾਂਦਾ ਨੌ ਜੀ 5.5 ਰੁਪਏ ਫੁੱਟ ਰੇਤਾ ਮਿਲਦਾ, ਇੱਕ ਬੰਦਾ ਕਹੀ ਜਾਂਦਾ ਕਿ ਜੀ ਬਿਜਲੀ ਮਾਫ ਕਰਤੀ, ਸਾਰੇ ਬਿੱਲ ਕਰਤੇ ਜੀ, ਦੂਜਾ ਕਹਿੰਦਾ ਯਾਰ ਅਜੇ ਹੋਏ ਨਹੀਂ, ਅਸੀਂ ਕਰ ਰਹੇ ਹਾਂ, ਟਰਾਈ ਕਰ ਰਹੇ ਹਾਂ। ਤੇ ਉਹ ਕਿਉਂਕਿ ਲੋਕਾਂ ਨੂੰ ਪਰਚਾਉਣ ਲਈ, ਲੋਕਾਂ ਨੂੰ ਡਰਾਉਣ ਲਈ ਉਹ ਬੰਦਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਟੌਪਿਕ ਹੈਗਾ ਕਿਤੇ ਨਾ ਕਿਤੇ ਕਿ ਆਪੋਜੀਸ਼ਨ ਦਾ ਰੋਲ ਵੀ ਸੱਤਾ ਤੇ ਆਪ ਹੀ ਨਿਭਾਉਣ ਚ ਲੱਗੀ ਹੋਈ ਹੈ। ਬੀਜੇਪੀ ਤੋਂ ਜੈਸਮੀਨ ਸੰਧਾਵਾਲੀਆ ਜੁੜੇ ਹੋਏ ਨੇ। ਸੰਧਾਵਾਲੀਆ ਸਾਹਿਬ, ਸੰਧਾਵਾਲੀਆ ਜੀ, ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜਾ ਇਹ ਕਾਂਗਰਸ ਨੇ ਹੁਣ ਚਿੱਠੀ ਲਿਖੀ ਹੈਗੀ ਹੈ ਪੰਜਾਬ ਕਾਂਗਰਸ ਨੇ ਬੀਜੇਪੀ ਨੂੰ ਔਰ ਕੇਂਦਰ ਸਰਕਾਰ ਨੂੰ, ਤਾਂ ਕੀ ਮੰਨੀਏ ਕਿ ਇਹ ਪੰਜਾਬ ਕਾਂਗਰਸ ਦਾ ਵਾਅਦਾ ਪੂਰਾ ਕਰਨ ਦੇ ਵਿੱਚ ਫੇਲੀਅਰ ਹੈਗਾ? ਮੈਂ ਕਹਿੰਦੀ ਹਾਂ ਜੀ ਕਿ 5 ਸਾਲ ਕਰੀਬਨ ਹੋ ਜਾਣੇ ਨੇ ਕਾਂਗਰਸ ਨੂੰ ਪੰਜਾਬ 'ਚ ਰੂਲ ਕਰਦਿਆਂ, ਔਰ ਇਹਨਾਂ ਦੇ ਜਿਵੇਂ ਸਰਦਾਰ ਸਾਹਿਬ ਨੇ ਅਕਾਲੀ ਦਲ ਦੇ ਸਪੋਕਸਪਰਸਨ ਨੇ ਕਿਹਾ ਹੈ ਕਿ ਇਹਨਾਂ ਦੇ ਮੈਨੀਫੈਸਟੋ 'ਚ ਲਿਖਿਆ ਹੈ ਕਿ ਅਸੀਂ ਫਾਰਮਰਸ ਲੋਨਸ ਜਿਹੜੇ ਨੇ ਉਹ ਵੇਵ ਆਫ ਕਰਾਂਗੇ। ਇਹਨਾਂ ਨੇ 5 ਵਰੇ ਤੇ ਕੋਈ ਪਰਵਾਹ ਹੀ ਨਹੀਂ ਕੀਤੀ ਤੇ ਹੁਣ ਖੱਤ ਲਿਖ ਦਿੱਤਾ ਹੈ। ਇਹ ਤੇ ਕੋਈ ਅਜੀਬ ਜੀ ਪ੍ਰੋਪੇਗੈਂਡਾ ਵਾਲੀ ਗੱਲ ਸਾਰਿਆਂ ਨੂੰ ਮਹਿਸੂਸ ਹੁੰਦੀ ਹੈ ਜੀ। ਇਹ ਵੋਟਰਸ ਨੂੰ, ਫਾਰਮਰ ਨੂੰ ਮਿਸਲੀਡ ਕਰਨ ਲਈ ਕੀਤਾ ਗਿਆ ਹੈ ਕਿ ਚਲੋ ਪਾਸ ਦ ਬਕ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ 5 ਸਾਲ ਅਸੀਂ ਰੂਲ ਕਰ ਲਿਆ, ਹੁਣ ਅੱਗੋਂ ਸੈਂਟਰ ਸਾਨੂੰ ਕਰੇਗਾ। 5 ਵਰੇ ਚੰਨੀ ਸਾਹਿਬ ਵੀ ਉਸ ਸਰਕਾਰ ਦੇ ਹੁਣ ਚੀਫ ਮਿਨਿਸਟਰ ਬਣੇ ਨੇ, ਉਹ ਹਿੱਸੇਦਾਰ ਸਨ, ਕੈਬਨਿਟ ਮਿਨਿਸਟਰ ਸਨ। ਇਹ ਕਿਉਂ ਨਹੀਂ ਕੀਤੇ ਗਏ ਲੋਨਸ ਮਾਫ? ਜਦੋਂ ਤੁਸੀਂ ਵਾਅਦਾ ਕਰਦੇ ਹੋ, ਮੈਨੀਫੈਸਟੋ ਦਾ ਮਤਲਬ ਕੀ ਹੁੰਦਾ ਹੈ? ਮੈਨੀਫੈਸਟੋ ਦਾ ਮਤਲਬ ਹੁੰਦਾ ਹੈ ਕਿ ਅਸੀਂ ਆਹ ਸਾਰਾ ਕੁਝ ਕਰਾਂਗੇ। ਔਰ ਮੈਂ ਇਹ ਵੀ ਸਹਿਮਤ ਹਾਂ ਦੂਸਰੇ ਸਪੋਕਸਪਰਸਨ ਨਾਲ ਕਿ ਅਨਫੋਰਚੂਨੇਟਲੀ ਪੋਲੀਟੀਕਲ ਪਾਰਟੀਆਂ ਵਾਅਦੇ ਪੰਜਾਬ 'ਚ ਇੰਨੇ ਵੱਡੇ ਕਰ ਦਿੰਦੀਆਂ ਨੇ, ਐਡੇ ਵੱਡੇ ਲਾਰੇ ਸਾਨੂੰ ਲਾਏ ਜਾਂਦੇ ਨੇ, ਔਰ ਅਸੀਂ ਇੱਕ ਹੋਪ ਜਿਹੀ 'ਚ ਉਦਾਸੇ ਜਿਹੇ ਅਸੀਂ ਉਹ ਮੰਨ ਲੈਂਦੇ ਆ ਔਰ ਸਾਡਾ ਬੇਵਕੂਫ ਬਣਾਇਆ ਜਾਂਦਾ ਹੈ। ਇਹ ਕੋਈ ਸਿਸਟਮ ਹੋਣਾ ਚਾਹੀਦਾ ਹੈ ਕਿ ਜਿਹੜੀ ਵੀ ਕੋਈ ਪੋਲੀਟੀਕਲ ਪਾਰਟੀ ਹੋਏ, ਕੋਈ ਵੀ ਪੋਲੀਟੀਕਲ ਪਾਰਟੀ ਹੋਏ, ਬੀਜੇਪੀ ਇਨਕਲੂਡਿੰਗ ਅਕਾਲੀ ਦਲ, ਐਵਰੀ ਪੋਲੀਟੀਕਲ ਪਾਰਟੀ ਜਿਹੜਾ ਵਾਅਦਾ ਕਰੇ ਉਹ ਵਾਅਦਾ ਪੂਰਾ ਹੋਣਾ ਚਾਹੀਦਾ ਹੈ। ਇੱਕ ਸਕੋਰ ਕਾਰਡ ਹੋਣਾ ਚਾਹੀਦਾ ਕਿ ਵੀ ਤੁਸੀਂ ਇਹ ਸਾਨੂੰ ਵਾਅਦਾ ਕੀਤਾ ਸੀ ਕਿ ਫਾਰਮ ਲੋਨਸ ਜਿਹੜੇ ਨੇ ਉਹ ਵੇਵ ਆਫ ਹੋਣਗੇ, ਉਹ ਕਿਉਂ ਨਹੀਂ ਕੀਤੇ ਗਏ? ਹੁਣ ਮੈਂ 4.5 ਸਾਲਾਂ ਬਾਅਦ ਇੱਕ ਖੱਤ ਲਿਖਦੇ ਹਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਔਰ ਕਹਾਂ ਜੀ ਤੁਸੀਂ ਸਾਨੂੰ ਕੰਟਰੀਬਿਊਟ ਕਰੋ, ਇਹ ਤੇ ਜ਼ਿਆਦਤੀ ਹੈ ਜੀ, ਬਿਲਕੁਲ ਜ਼ਿਆਦਤੀ। ਸੰਧਵਾਲੀਆ ਜੀ, ਇਹ ਜੋ ਕਾਂਗਰਸ ਨੂੰ ਅਗਰ ਇਸ ਤੇ ਸਵਾਲ ਕੀਤਾ ਜਾਵੇ ਤਾਂ ਉਹ ਕਹਿੰਦੇ ਨੇ ਪ੍ਰਧਾਨ ਮੰਤਰੀ ਜੀ ਨੇ ਵੀ ਜਿਹੜਾ ਉਹ ਵਾਅਦਾ ਕੀਤਾ ਸੀ 15 ਲੱਖ ਖਾਤੇ ਦੇ ਵਿੱਚ ਆਉਣਗੇ, ਪਰ ਉਹ ਹਲੇ ਤੱਕ ਨਹੀਂ ਆਏ। ਦੇਖੋ ਜੀ, ਇਸ ਤਰ੍ਹਾਂ ਹੈ ਕਿ 137% ਸਬਸਿਡੀ ਜਿਹੜੀ ਹੈ ਉਹ 6 ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਨੇ ਫਰਟੀਲਾਈਜ਼ਰ ਉੱਤੇ ਇਨਕਰੀਜ਼ ਦਿੱਤੀ ਹੈ ਜਦੋਂ ਖਾਦਾਂ ਦੇ ਭਾਅ ਵਧੇ ਨੇ। ਔਰ ਅਸੀਂ ਇੱਕ ਥਰਡ ਵਰਲਡ ਕੰਟਰੀ ਹਾਂ, ਸਾਡੇ ਕੋਲ ਇੰਨੇ ਫੰਡਸ ਨਹੀਂ ਹੁੰਦੇ। ਉਸ ਹਿਸਾਬ ਨਾਲ ਵੀ ਜੇ ਤੁਸੀਂ ਸਟੈਟਿਸਟਿਕਲੀ ਵੇਖੋ ਤੇ ਜਿਹੜੀ ਫਾਰਮਰ ਦੀ ਇਨਕਮ ਹੈ ਔਰ ਜਿੰਨੀਆਂ ਸੈਂਟਰਲ ਗਵਰਨਮੈਂਟਸ ਦੀਆਂ ਸਕੀਮਸ ਚੱਲਦੀਆਂ ਨੇ, 21% ਇਨਕਮ ਉਹਦੀ ਜਿਹੜੀ ਹੈ ਉਹ ਸਬਸਿਡੀਜ਼ ਦੇ ਥਰੂ ਆ ਰਹੀ ਹੈ। ਮੈਂ ਫੈਕਟ ਕੋਟ ਕਰ ਰਹੀ ਹਾਂ ਕਿ 21% ਇਨਕਮ ਜਿਹੜੀ ਫਾਰਮਰ ਆਪਣੇ ਘਰ ਲੈ ਕੇ ਆਂਦਾ ਹੈ, ਉਹਦਾ ਰੋਲ ਸਬਸਿਡੀ ਦੇ ਥਰੂ ਆਂਦਾ ਹੈ, ਥਰੂ ਸੈਂਟਰ। ਠੀਕ ਹੈ, ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਜਿਸ ਦੇ ਵਿੱਚ ਉਸਦੇ ਵਿੱਚ ਲਿਖਿਆ ਸੀ ਕਿ 800 ਏਕੜ ਦਾ ਇੱਕ ਕਿਸਾਨ ਸੀ ਯੂਐਸ ਦਾ, ਔਰ ਉਹਨੂੰ ਛੋਟਾ ਕਿਸਾਨ ਗਿਣਿਆ ਗਿਆ ਸੀ ਉੱਥੇ ਕਿ ਛੋਟਾ ਕਿਸਾਨ ਹੈ, 800 ਏਕੜ ਦਾ ਹੈ, ਪਰ ਕਿਉਂਕਿ ਓਪਨ ਮਾਰਕੀਟ ਹੋਣ ਦੇ ਕਾਰਨ ਉਹ ਵੀ ਕਿਤੇ ਨਾ ਕਿਤੇ ਖਤਰੇ ਦੇ ਵਿੱਚ ਸੀਗਾ। ਤਾਂ ਆਪਾਂ ਅੰਦਾਜ਼ਾ ਲਗਾ ਕੇ ਦੇਖੀਏ ਕਿ ਜਿੱਥੇ ਕਿਸਾਨ ਹੀ 2 ਏਕੜ ਦੇ ਵਿੱਚ ਜ਼ਿਆਦਾ ਹੈਗੇ ਨੇ, 2 ਏਕੜ 3 ਏਕੜ ਦੇ ਵਿੱਚ, ਤਾਂ ਉੱਥੇ ਹਾਲਾਤ ਕਿਹੋ ਜਿਹੇ ਹੋਣਗੇ ਔਰ ਉਸ ਹਾਲਾਤਾਂ ਦੇ ਵਿੱਚ ਵੀ ਉਹ ਸੰਘਰਸ਼ ਜਿਹੜਾ ਜਾਰੀ ਰੱਖਣੇ। ਖੈਰ, ਇੱਕ ਵਿੱਚ ਗੱਲ ਆ ਗਈ, ਰਮਨ ਆਰਪੀਐਸ ਮਲਹੋਤਰਾ ਜੀ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਦੇ। ਰਮਨ ਜੀ, ਅਗਰ ਗੱਲ ਕਰੀਏ ਕਿ ਸਟੇਟ ਲੈਵਲ ਬੈਂਕਰ ਕਮੇਟੀ ਦੀ ਇੱਕ ਨਵੀਂ ਰਿਪੋਰਟ ਆਈ ਹੈ, ਉਸ ਦੇ ਵਿੱਚ ਕਿਹਾ ਗਿਆ ਕਿ 77,753 ਕਰੋੜ ਦਾ ਕਰਜ਼ਾ ਜਿਹੜਾ ਮੌਜੂਦਾ ਸਟੈਂਡਿੰਗ ਕਰਜ਼ਾ ਜਿਹੜਾ ਹੈਗਾ ਉਹ ਜੂਨ 2021 ਤੱਕ ਸਟੈਂਡ ਕਰਦਾ ਹੈਗਾ। ਇਹ ਅਗਰ 3 ਸਾਲ ਪਿੱਛੇ ਚਲੇ ਜਾਈਏ ਤਾਂ ਇਹੀ ਕਰਜ਼ਾ ਜਿਹੜਾ ਉਹ 74,888 ਕਰੋੜ, ਮਤਲਬ ਤਕਰੀਬਨ 2,08,74 ਕਰੋੜ ਦਾ ਵਾਧਾ ਹੋਇਆ ਇਸ ਦੇ ਵਿੱਚ। ਤਾਂ ਐਡੇ ਵੱਡੇ ਫਿਗਰ ਨੂੰ, 77,753 ਕਰੋੜ ਦੀ ਫਿਗਰ ਨੂੰ ਕੀ ਵੇਵ ਆਊਟ ਕਰਨਾ
ਇੱਕ ਸੂਬਾ ਸਰਕਾਰ ਦੇ ਵੱਸ ਦੀ ਗੱਲ ਹੈ, ਤੁਸੀਂ ਕੀ ਇਸ ਦੇ ਉੱਪਰ ਆਪਣਾ ਪੱਖ ਰੱਖਦੇ ਹੋ? ਦੇਖੋ, ਜੇ ਸਰਕਾਰ ਈਮਾਨਦਾਰ ਹੋਵੇ, ਜੇ ਸਰਕਾਰ ਜੇ ਸਟੇਟ ਵਿੱਚ ਮਾਫੀਆਜ਼ ਨਾ ਚੱਲ ਰਹੇ ਹੋਣ ਜਿਵੇਂ ਕਿ ਪੰਜਾਬ 'ਚ ਚੱਲ ਰਹੇ हैं, ਰੇਤ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਹੋਰ ਕਿੰਨੇ ਤਰ੍ਹਾਂ ਦੇ ਮਾਫੀਆ ਜਿਹੜੇ ਕਿ ਤੁਹਾਡੀ ਟ੍ਰੈਜਰੀ ਨੂੰ ਡਰੇਨ ਕਰਦੇ ਹੈ, ਔਰ ਉਸ ਤੋਂ ਬਾਅਦ ਜਿਹੜਾ ਪੈਸਾ ਤੁਹਾਡੀ ਟ੍ਰੈਜਰੀ 'ਚ ਜਾਂਦਾ ਵੀ ਹੈ ਉਹਨੂੰ ਕਰਪਸ਼ਨ ਦੇ ਰਾਹੀਂ ਲੁੱਟ ਲਿਆ ਜਾਂਦਾ। ਮੋਰ ਦੈਨ 30-40% ਜਿਹੜਾ ਉਹ ਤੁਹਾਡਾ ਪਿਓਰਲੀ ਕਰਪਸ਼ਨ 'ਚ ਲੁੱਟ ਲਿਆ ਜਾਂਦਾ। ਤੁਹਾਡਾ ਬਜਟ ਜਿਹੜਾ 1,80,000 ਕਰੋੜ ਦਾ ਹੈਗਾ, ਉਹਦਾ ਤੁਸੀਂ 30% ਲਾ ਲਓ, ਕਰੀਬ 50-55,000 ਕਰੋੜ ਰੁਪਇਆ ਹਰ ਸਾਲ ਤੁਹਾਡਾ ਜਿਹੜਾ ਕਰਪਸ਼ਨ 'ਚ ਲੁੱਟ ਲਿਆ ਜਾਂਦਾ। ਤੇ ਨਾਲ ਤੁਸੀਂ ਜੋੜ ਲਓ ਜਿਹੜਾ ਤੁਹਾਡਾ ਮਾਫੀਆ 'ਚੋਂ ਰੁੜ ਜਾਂਦਾ ਵੀ ਹੋਰ ਨਹੀਂ ਤਾਂ ਘੱਟੋ ਘੱਟ 25-30,000 ਕਰੋੜ, ਯਾਨੀ ਕਿ 70-80,000 ਕਰੋੜ ਰੁਪਇਆ ਇਹ ਜਿਹੜੀ ਕਰਪਸ਼ਨ ਜਿਹੜੀ ਹੈ ਹਰ ਸਾਲ ਪੰਜਾਬ ਨੂੰ ਖਾ ਰਹੀ ਹੈਗੀ ਹੈ। ਜੇ ਤੁਹਾਡੀ ਇਮਾਨਦਾਰ ਸਰਕਾਰ ਹੋਵੇ, 70-80,000 ਕਰੋੜ ਰੁਪਇਆ ਤੁਹਾਡਾ ਬਚ ਜਾਏ ਤੇ ਕੀ ਮਾੜੀ ਮੁਸ਼ਕਿਲ ਗੱਲ ਹੈਗੀ ਹੈ ਜੀ। ਬੇਸਿਕਲੀ ਸਾਡੀ ਪ੍ਰੋਬਲਮ ਇਹ ਹੈ ਕਿ ਸਾਡੀਆਂ ਸਰਕਾਰਾਂ ਚੋਰ ਹੈ, ਚੋਰਾਂ ਨੂੰ ਪਾਲਦੀਆਂ, ਲੋਕਾਂ ਨੂੰ ਲੁੱਟਦੀਆਂ ਤੇ ਖਜ਼ਾਨੇ ਨੂੰ ਲੁਟਵਾਉਂਦੀਆਂ। ਬੇਸਿਕ ਕਾਰਨ ਇਹ ਹੈ, ਤਾਂ ਹੀ ਤੁਹਾਡਾ ਖਜ਼ਾਨਾ ਖਾਲੀ ਹੈ। ਜੇ ਖਜ਼ਾਨੇ ਦੀ ਚੋਰੀ ਨਾ ਹੋਵੇ ਤਾਂ ਸਰਕਾਰਾਂ ਲਈ ਕੁਝ ਵੀ ਔਖਾ ਨਹੀਂ ਹੈ। ਇਹ 1-2 ਸਾਲਾਂ ਵਿੱਚ ਜਿਹੜਾ ਵਾਈਪ ਆਫ ਕੀਤਾ ਜਾ ਸਕਦਾ। ਈਵਨ ਤੁਹਾਡਾ ਜਿਹੜਾ ਸਟੇਟ ਦੇ ਉੱਤੇ ਕਰਜ਼ਾ ਹੈਗਾ ਅੱਜ 3 ਲੱਖ ਕਰੋੜ ਟੱਚ ਕਰਨ ਲੱਗਾ ਹੈ। ਜੇ ਇਮਾਨਦਾਰ ਸਰਕਾਰ ਹੋਵੇ, ਇੱਕ ਟਰਮ ਵਿੱਚ ਉਹ ਇਹ ਕਰਜ਼ਾ ਜਿਹੜਾ ਹੈ ਉਤਾਰ ਸਕਦੀ ਹੈਗੀ ਹੈ। ਸੋ ਬੇਸਿਕ ਰਿਕੁਆਇਰਮੈਂਟ ਇੱਥੇ ਹੈ ਇਮਾਨਦਾਰ ਸਰਕਾਰ ਦੀ, ਜਿਹੜੀ ਤੁਹਾਡੇ ਖਜ਼ਾਨੇ ਦੀ ਚੋਰੀ ਰੋਕੇ। ਤਾਂ ਹੀ ਲੋਕਾਂ ਤੇ ਖਰਚ ਹੋਊਗਾ, ਤਾਂ ਹੀ ਕਿਸਾਨਾਂ ਤੇ ਖਰਚ ਹੋਊਗਾ, ਤਾਂ ਹੀ ਰੋਜ਼ਗਾਰ ਮਿਲਣਗੇ, ਤਾਂ ਹੀ ਪੈਨਸ਼ਨਾਂ ਮਿਲਣਗੀਆਂ, ਤਾਂ ਹੀ ਸਾਰਾ ਕੁਝ ਹੋਏਗਾ। ਸੋ ਬੇਸਿਕਲੀ ਇਹ ਇਮਾਨਦਾਰ ਸਰਕਾਰ ਦੀ ਲੋੜ ਹੈਗੀ ਹੈ ਪੰਜਾਬ ਨੂੰ। ਇਹ ਜਿਹੜਾ ਲੁੱਟਿਆ ਗਿਆ ਪੰਜਾਬ ਨੂੰ ਪਿਛਲੇ ਕੁਝ ਦਹਾਕਿਆਂ ਵਿੱਚ, ਇਹ ਉਸ ਕਰਕੇ ਸਾਰੇ ਜਿਹੜੇ ਇੰਨਾ ਬੁਰਾ ਹਾਲ ਹੈਗਾ ਸਾਡੇ ਪੰਜਾਬ ਦਾ। ਅੱਛਾ, ਤੁਸੀਂ ਕਹਿ ਰਹੇ ਹੋ ਕਿ ਜਿਹੜਾ ਮਾਫੀਆਜ਼ ਨੇ ਰਲ ਕੇ ਲੁੱਟਿਆ ਉਸ ਦਾ ਜ਼ਿਕਰ ਕਰ ਰਹੇ ਹੋ? ਬਿਲਕੁਲ ਮਾਫੀਆ ਐਂਡ ਕਰਪਸ਼ਨ। ਗਵਰਨਮੈਂਟ ਕਮਾਲ ਦੀ ਗੱਲ ਇਹ ਹੈ ਵੀ ਕਾਂਗਰਸ ਦੇ, ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਇਹੀ ਜ਼ਿਕਰ ਕਰ ਰਹੇ ਨੇ। ਉਹ ਕਹਿ ਰਹੇ ਕਿ ਮਾਫੀਆ ਨੇ ਲੁੱਟਿਆ ਤੇ ਅਸੀਂ ਦੁਬਾਰਾ ਠੀਕ ਕਰਨਾ ਇਸ ਨੂੰ। ਜੇ ਉਹਨਾਂ ਨੇ ਠੀਕ ਕਰਨਾ ਹੁੰਦਾ ਹੁਣ ਤੱਕ ਕਰ ਦਿੰਦੇ ਨਾ, ਤੇ 5 ਸਾਲ ਤਾਂ ਉਹ ਵੀ ਇਸੇ ਪਾਰਟੀ ਦਾ ਹਿੱਸਾ ਸੀ, ਇਸੇ ਸਰਕਾਰ ਦਾ ਹਿੱਸਾ ਸੀ। ਹੁਣ ਤੱਕ ਕਿਉਂ ਨਹੀਂ ਕੀਤਾ? ਉਹੀ ਸਰਕਾਰ ਹੈ ਨਾ, ਉਹੀ ਅਲੀ ਬਾਬਾ ਦੇ 40 ਚੋਰ ਹੈਗੇ ਆ, ਇੱਕੋ ਬੰਦਾ ਨਿਕਲਿਆ, ਬਾਕੀ ਤਾਂ ਟੀਮ ਉਹੀ ਹੈਗੀ ਹੈ। ਜੇ ਕਰਨਾ ਹੁੰਦਾ ਹੁਣ ਤੱਕ ਕਰ ਦਿੰਦੇ। ਠੀਕ ਹੈ ਰਮਨ ਜੀ। ਪ੍ਰੋਫੈਸਰ ਸਾਹਿਬ, ਮੈਂ ਜਾਣਨਾ ਚਾਹੂੰਗਾ ਕਿ ਹੁਣ ਕਰਜ਼ੇ ਦੀ ਚਿੱਠੀ ਜਿਹੜੀ ਲਿਖਤੀ ਗਈ ਹੈ ਕੇਂਦਰ ਸਰਕਾਰ ਨੂੰ, ਕਿੰਨਾ ਕੁ ਇੰਪੋਰਟੈਂਟ ਲੱਗਦਾ ਤੁਹਾਨੂੰ ਕਿ ਮੌਜੂਦਾ ਸਿਨੈਰੀਓ ਦੇ ਵਿੱਚ ਚੋਣਾਂ ਦਾ ਮੌਸਮ ਹੈਗਾ, ਚੋਣਾਂ ਬਹੁਤ ਨਜ਼ਦੀਕ ਨੇ, ਚੰਨੀ ਸਰਕਾਰ ਨੇ ਕੀ ਇਹ ਅੰਦਾਜ਼ਾ ਲਗਾਇਆ ਕਿ ਚੋਣਾਂ ਹੋਣ ਦੇ ਜਿਹੜੀ ਨਜ਼ਦੀਕ ਨੇ, ਔਰ ਬੀਜੇਪੀ ਨੇ ਵੀ ਜਿਹੜਾ ਇਸ ਵਾਰ ਆਜ਼ਾਦ ਲੜਨਾ ਹੈਗਾ, 117 ਸੀਟਾਂ ਦੇ ਉੱਪਰ ਚੋਣ ਲੜਨੀ ਹੈ, ਤਾਂ ਚੰਨੀ ਸਰਕਾਰ ਇਹ ਅੰਦਾਜ਼ਾ ਲਗਾ ਰਹੀ ਹੈ ਕਿ ਉਸ ਨੂੰ ਦੇਖਦੇ ਹੋਏ ਜਿਹੜਾ ਕਿਤੇ ਨਾ ਕਿਤੇ ਕੇਂਦਰ ਜਿਹੜਾ ਉਹ ਮਾਫ ਕਰੇਗੀ ਤੇ ਉਹਦਾ ਸ਼੍ਰੇਅ ਜਿਹੜਾ ਸਾਨੂੰ ਵੀ ਜਾਏਗਾ। ਦੇਖੋ, ਇਹ ਤੇ ਗੱਲ ਰਾਜਨੀਤਿਕ ਤੇ ਰਾਜਨੀਤਿਕ ਪਾਰਟੀਆਂ ਨੇ ਤੇ ਰਾਜਨੀਤੀ ਤੇ ਕਰਨੀ ਆ, ਉਹਦੇ ਚ ਤੇ ਕੋਈ ਦੋ ਰਾਏ ਨਹੀਂ ਹੈਗੀ। ਸਾਡਾ ਜਿਹੜਾ ਸਵਾਲ ਹੈ ਕਿ ਕੀ ਚੰਨੀ ਦੀ ਚਿੱਠੀ ਲਿਖਣੀ ਹੈ ਇਸ ਵੇਲੇ ਕੇਂਦਰ ਸਰਕਾਰ ਨੂੰ ਵਾਜਬ ਹੈ? ਇੱਕ ਤੇ ਇਹ ਗੱਲ। ਦੂਜਾ ਇਹ ਹੈ ਕਿ ਇਹਦੇ ਚ ਰਾਜਨੀਤੀ ਕਿੰਨੀ ਕੁ ਹੈਗੀ। ਇਹਦੇ ਚ ਦੋਵੇਂ ਚੀਜ਼ਾਂ ਹੀ ਹੈ, ਵਾਜਬ ਵੀ ਹੈ ਤੇ ਰਾਜਨੀਤੀ ਵੀ ਹੈ। ਇਸ ਮਾਹੌਲ ਚ ਲਿਖਣੀ, ਹੁਣ ਲਿਖਣੀ, ਅੱਜ ਚੰਨੀ ਵੱਲੋਂ ਲਿਖਣੀ, ਇਹ ਕੋਈ ਗਲਤ ਮੰਗ ਨਹੀਂ ਹੈ, ਜਿਵੇਂ ਮੈਂ ਪਹਿਲਾਂ ਵੀ ਕਹਿਣ ਦੀ ਕੋਸ਼ਿਸ਼ ਕੀਤੀ। ਕਿਉਂ? ਪੰਜਾਬ ਦੇ ਅੰਦਰੋਂ ਜਿਹੜਾ ਇੱਕ ਨੰਬਰ 1 ਸੂਬਾ ਸੀ, ਆਪਾਂ ਨੂੰ ਇਹ ਤੇ ਦੇਖਣਾ ਪਊ ਕਿ ਗਰੀਬ ਕਿਉਂ ਹੋ ਗਿਆ। ਕੀ ਸਾਡਾ ਜਿਹੜਾ ਬਾਰਡਰ ਲੱਗਦਾ 550 ਕਿਲੋਮੀਟਰ ਦੇ ਕਰੀਬ ਜਿੰਨਾ ਵੀ ਸਾਡਾ ਬਾਰਡਰ ਹੈਗਾ ਪਾਕਿਸਤਾਨ ਨਾਲ ਲੱਗਦਾ, ਉਹਦਾ ਕੋਈ ਡਿਵੈਲਪਮੈਂਟ ਦਾ ਸਪੈਸ਼ਲ ਬਾਰਡਰ ਡਿਵੈਲਪਮੈਂਟ ਪ੍ਰੋਜੈਕਟ ਬਣਾਇਆ, ਜਿਵੇਂ ਮੇਵਾਤ ਡਿਵੈਲਪਮੈਂਟ ਅਥਾਰਟੀ ਹਰਿਆਣੇ ਦੇ ਵਿੱਚ ਹੈਗੀ? ਕੀ ਸਰਕਾਰ ਨੇ ਕਿ ਇਹ ਬਾਰਡਰ ਦੇ ਉੱਤੇ ਹੈਗੇ ਇੱਥੇ ਦੀ ਇੰਡਸਟਰੀ ਨੂੰ ਸਬਸਿਡਾਈਜ਼ਡ ਇਨਪੁਟ ਦਿੱਤਾ ਜਾਵੇ? ਕੋਲਾ, ਲੋਹਾ ਜਿਹੜਾ ਹੋ ਰਿਹਾ, ਇਹਨਾਂ ਨੂੰ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀਗਾ ਕਿ ਉਹ ਕੋਲਾ ਕਿਤੇ ਵੀ ਡਿਸਟ੍ਰੀਬਿਊਟ ਹੋਵੇ ਉਸ ਨੂੰ ਸਰਕਾਰ ਇੱਕੋ ਰੇਟ ਤੇ ਸਾਰੇ ਦੇਸ਼ ਦਿੰਦੀ ਸੀਗੀ, ਜਾਂ ਲੋਹੇ ਦਾ, ਇਹ ਕਿਉਂਕਿ ਬੇਸਿਕ ਇਨਫਰਾਸਟ੍ਰਕਚਰ ਦੀਆਂ ਫੈਸਿਲਿਟੀ ਦੀਆਂ ਗੱਲ। ਹੁਣ ਉਹ ਹਟਾਤਾ, ਜਿਹੜੇ ਦੂਰ ਪੈਂਦੇ ਉਹਨਾਂ ਨੂੰ ਜ਼ਿਆਦਾ ਦੇਣਾ ਪਊ, ਕਿਰਾਇਆ ਜ਼ਿਆਦਾ ਹੋਊਗਾ ਜਿਵੇਂ ਪੈਸੰਜਰ ਦਾ ਹੁੰਦਾ। ਇਸ ਕਿਸਮ ਦਾ ਜੇ ਪੰਜਾਬ ਦੇ ਉੱਤੇ ਕੁਝ ਮਿਹਰਬਾਨੀ ਸੈਂਟਰ ਦੀ ਹੁੰਦੀ ਤਾਂ ਸ਼ਾਇਦ ਅਸੀਂ ਜਿਸ ਹਾਲਾਤ ਤੇ ਅੱਜ ਪਹੁੰਚੇ ਹਾਂ ਉਹ ਨਾ ਪਹੁੰਚੇ ਹੁੰਦੇ। ਪਰ ਇਸ ਲਈ ਵੀ ਕਿ ਸੈਂਟਰ ਨੂੰ, ਹੁਣ ਫਾਰ ਇੰਸਟੈਂਸ ਹਿਮਾਚਲ ਪ੍ਰਦੇਸ਼ ਆ, ਇੱਕ ਸਟੇਟ ਹੈਗੀ ਆ ਜਿਹੜੀ ਹਿੱਲੀ ਸਟੇਟ ਆ, ਉਹਦੇ ਚ ਤੁਸੀਂ ਇੰਡਸਟਰੀ ਲਾਉਣ ਦਾ ਕੀ ਕੰਮ ਆ ਬਈ?
ਟੂਰਿਜ਼ਮ ਤੇ ਸਮਝ ਪੈਂਦਾ, ਹਾਲਾਂਕਿ ਟੂਰਿਜ਼ਮ ਵੀ ਬਹੁਤ ਬਰਬਾਦ ਕਰਦਾ ਇਕੋਸਿਸਟਮ ਨੂੰ, ਉਥੋਂ ਦੇ এনवायरमेंट ਨੂੰ, ਪੌਦਿਆਂ ਨੂੰ, ਸਪੀਸੀਜ਼ ਨੂੰ, ਸਾਰੇ ਕੁਝ ਨੂੰ। ਪਰ ਇੱਕ ਲਿਮਟਿਡ ਟੂਰਿਜ਼ਮ ਤੁਸੀਂ ਕਰ ਸਕਦੇ ਆ, ਇੱਕ ਥੋੜਾ ਜਿਹਾ ਉਹਦੇ ਚ ਰਹਿ ਕੇ, ਕਿਉਂਕਿ ਆਫਟਰ ਆਲ ਲੋਕਾਂ ਨੇ ਕਿਤੇ ਨਾ ਕਿਤੇ ਉਹਦੇ ਕੁਝ ਖਾਣਾ ਆ। ਪਰ ਉਸ ਸੂਬੇ ਦੇ ਵਿੱਚ ਇੰਡਸਟਰੀ ਨੂੰ ਸਪੈਸ਼ਲ ਇਨਕਰੇਜ ਕੀਤਾ ਜਾਏ, ਸਬਸਿਡੀ ਦੇ ਕੇ, ਉਹਦੇ ਟੈਕਸ ਰਿਬੇਟ ਦੇ ਕੇ। ਇਹ ਕੀ ਕੰਮ ਆ ਬਈ? ਉਹ ਕੀਤਾ, ਸਾਡੀ ਇੰਡਸਟਰੀ ਉੱਥੇ ਵੱਧੀ ਗਈ, ਹੋਰ ਸਾਰੇ ਏਰੀਏ ਚ ਨਿਕਲ ਕੇ ਗਈ। ਪੰਜਾਬ ਨੂੰ ਇਹੋ ਜਿਹਾ ਰਿਬੇਟ ਕਿਉਂ ਨਹੀਂ ਦਿੱਤਾ? ਇਹ ਅਕਾਲੀ ਦਲ ਨੂੰ ਵੀ ਮੰਗ ਕਰਨੀ ਚਾਹੀਦੀ ਸੀ, ਕਾਂਗਰਸ ਨੂੰ ਵੀ ਮੰਗ ਲਗਾਤਾਰ ਕਰਨੀ ਚਾਹੀਦੀ ਸੀ। ਉਹ ਤਾਂ ਨਾਲ ਹੀ ਰਲ ਜਾਂਦੇ ਸੈਂਟਰ ਤੇ। ਜਿਹੜੀ ਸਰਕਾਰ ਆਉਂਦੀ ਆ ਉਹ ਐਵੇਂ ਲੱਗਦਾ ਵੀ ਸੈਂਟਰ ਦੀ ਮਿਹਰਬਾਨੀ ਨਾਲ ਇੱਥੇ ਚੱਲ ਰਹੇ ਆ, ਆਪਣਾ ਮਾੜਾ ਮੋਟਾ ਜਿੰਨਾ ਕੁ ਦਾਲ ਫੁਲਕਾ ਹੁੰਦਾ ਉਹਨਾਂ ਕੋ ਉੱਥੋਂ ਕਰਵਾ ਆਉਂਦੇ, ਸੂਬਾ ਜਾਏ ਜਿੱਥੇ ਵੀ ਜਾਣਾ। ਇਹ ਪੰਜਾਬ ਨੂੰ ਜੇ ਸਾਂਭਾਂਗੇ ਨਹੀਂ, ਜਿਹੋ ਜਿਹੀ ਲੋਕੇਸ਼ਨ ਤੇ ਆ, ਲੋਕ ਤੇ ਬਹੁਤ ਵਧੀਆ ਆ, ਇੱਥੋਂ ਦੀ ਜ਼ਮੀਨ ਬਹੁਤ ਵਧੀਆ ਆ, ਲੋਕ ਬਹੁਤ ਵਧੀਆ ਆ, ਕੋਈ ਕਿਸੇ ਕਿਸਮ ਦੀ ਕਮੀ ਨਹੀਂ ਹੈਗੀ। ਜੇ ਫੇਲ ਕੀਤਾ ਤਾਂ ਸਾਡੇ ਕਹਿਣ ਦਾ ਮਤਲਬ ਹੈ ਕਿ ਕੇਂਦਰ ਦੇ ਉੱਪਰ ਵੀ ਕਾਫੀ ਹੱਦ ਤੱਕ ਜ਼ਿੰਮੇਵਾਰੀ ਬਣਦੀ ਹੈ ਇਸ ਚੀਜ਼ ਦੀ। ਬਿਲਕੁਲ ਬਣਦੀ ਹੈ। ਮੈਂ ਇਹੀ ਕਹਿਣਾ ਆ ਕਿ ਜੇ ਅਸੀਂ ਇੰਨਾ ਅਨਾਜ ਪੈਦਾ ਕੀਤਾ ਪਿਛਲੇ 40 ਸਾਲ ਤੋਂ ਵੱਧ ਸਮੇਂ 50 ਸਾਲਾਂ 'ਚ, ਉਹ ਗਿਆ ਕਿੱਥੇ ਆ? ਕੇਂਦਰ ਨੂੰ ਦਿੱਤਾ, ਸਸਤਾ ਅਨਾਜ ਦਿੱਤਾ। ਹੁਣ 2006 ਦੀ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਹੈਗੀ, ਉਹ ਬੀਜੇਪੀ ਨੇ ਕਿਹਾ ਸੀ ਕਿ ਅਸੀਂ ਤੁਹਾਡੀ ਹੁਣ 2022 ਚ ਦੁੱਗਣੀ ਇਨਕਮ ਹੋਣੀ ਆ ਕਿਸਾਨਾਂ ਦੀ। ਕਿੱਥੋਂ ਦੁੱਗਣੀ ਹੋ ਜਾਣੀ ਹੈ? ਤੁਸੀਂ ਦੇਖ ਲਓ ਕਿ 2022 ਚ ਦੁੱਗਣੀ ਹੋ ਜਾਂਦੀ ਹੈ। C2 plus 50% ਜਿਹੜਾ ਹੁਣ ਕਿਸਾਨ ਮੰਗ ਕਰ ਰਿਹਾ, ਕੋਈ ਇਹੋ ਜਿਹੀ ਗੱਲ ਨਹੀਂ। ਨਾ ਕਾਂਗਰਸ ਨੇ ਕੀਤਾ ਆਪਣੇ 10 ਸਾਲ ਦੇ ਰਾਜ ਵਿੱਚ। ਮਨਮੋਹਨ ਸਿੰਘ ਉਹਨਾਂ ਨੇ ਕਮਿਸ਼ਨ ਬਣਾਇਆ ਸੀ, ਜੇ ਉਹਨਾਂ ਹੀ ਨਹੀਂ ਲਾਗੂ ਕੀਤਾ ਤੇ ਤਾਂ ਬੀਜੇਪੀ ਨੇ ਗੱਪ ਮਾਰ ਕੇ ਵੋਟਾਂ ਲੈ ਲਈਆਂ ਕਿ ਅਸੀਂ ਇਹਨੂੰ ਲਾਗੂ ਕਰਕੇ ਇਨਕਮ ਦੁੱਗਣੀ ਕਰਾਂਗੇ, ਹੋਰ ਕਈ ਕੁਛ ਇਹੋ ਜਿਹਾ ਕੀਤਾ। ਕੋਈ ਬਾਅਦ ਵਿੱਚ ਐਫੀਡੇਵਿਟ ਦੇ ਦਿੱਤਾ ਬੀਜੇਪੀ ਨੇ ਕੋਰਟ ਦੇ ਵਿੱਚ ਕਿ ਇਹ ਨਹੀਂ ਹੋ ਸਕਦਾ ਜੀ। ਇਸ ਤਰ੍ਹਾਂ ਜੇ ਆਪਾਂ ਨੇ ਜਿਹੜੇ ਲੀਡਰ ਚੁਣਦੇ ਆ, ਮੈਂ ਤਾਂ ਇਹ ਕਹਿੰਦਾ ਨਾ, ਘੱਟ ਕੋਈ ਨਹੀਂ ਹੈ, ਭਾਵੇਂ ਕੇਂਦਰ ਆ, ਭਾਵੇਂ ਸੂਬੇ ਆ, ਭਾਵੇਂ A ਪਾਰਟੀ, ਭਾਵੇਂ B ਪਾਰਟੀ ਆ, ਇਹਦੇ ਚੋਂ ਸਾਨੂੰ ਬਾਹਰ ਕੱਢਣਾ ਪਊਗਾ। ਜਿਹੜਾ ਵੀ ਆਪਣਾ ਚੋਣ ਮੈਨੀਫੈਸਟੋ ਦੇਵੇ ਉਹਦੇ ਚ ਇਹ ਲਾਜ਼ਮੀ ਹੋਵੇ ਕਿ ਉਹਦੇ ਸਾਧਨ ਕਿੱਥੋਂ ਜਟਾਓਗੇ, ਆ ਜੇ ਤੁਸੀਂ ਵਾਅਦੇ ਪੂਰੇ ਕਰਨੇ ਆ, ਪੈਸੇ ਕਿੱਥੋਂ ਲਿਆਓਗੇ, ਉਹ ਸਾਰਾ ਟਾਈਮ ਬਾਉਂਡ ਹੋਵੇ ਕਿ ਪਹਿਲੇ 6 ਮਹੀਨੇ ਅਸੀਂ ਆ ਕਰਾਂਗੇ, ਅਗਲੇ 6 ਮਹੀਨੇ ਅਸੀਂ ਆ ਕਰਾਂਗੇ। ਉਹ ਮੋਨੀਟਰ ਕਰੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਉਹ ਕੁਝ ਮੂੰਹ 'ਚ ਪਤਾ ਨਹੀਂ ਕੀ ਬੈਠੇ ਇਲੈਕਸ਼ਨ ਕਮਿਸ਼ਨ ਨੂੰ, ਤੇ ਵੈਸੇ ਹੀ ਭੰਗ ਕਰ ਦੇਣਾ ਚਾਹੀਦਾ। ਕੀ ਕੰਮ ਕਰਦਾ ਬੈਠਾ ਉੱਥੇ? ਐਡੀ ਸਾਰੀ ਬਿਲਡਿੰਗ ਆ, ਇੰਨੇ ਸਾਰੇ ਲੋਕ ਆ। ਸਰ ਤੁਹਾਨੂੰ ਮੈਂ ਇੰਟਰਪਟ ਕਰੂੰ 1 ਮਿੰਟ ਲਈ। ਮੈਨੂੰ ਇਹ ਦੱਸੋ ਵੀ ਜਿਹੜੇ ਇਹ ਆਹ ਮੁਫਤ ਦੇਵਾਂਗੇ, ਉਹ ਮੁਫਤ ਦੇਵਾਂਗੇ, ਵੱਖ-ਵੱਖ ਪਾਰਟੀਆਂ ਅਨਾਉਂਸ ਕਰਦੀਆਂ ਨੇ, ਕੀ ਇਹ ਵੋਟ ਕਰਪਸ਼ਨ ਨਹੀਂ ਹੈਗੀ? ਵੋਟਾਂ ਨੂੰ ਖਰੀਦਣ ਦੀ ਗੱਲ ਕਰੀ ਜਾਂਦੀ ਹੈ। ਇਹ ਤਾਂ ਇੱਕ ਤਰ੍ਹਾਂ ਦਾ ਸਿੱਧੇ ਹੋ ਗਿਆ ਕਿ ਤੁਸੀਂ ਪੈਸੇ ਫੜਾਓ, ਵੋਟ ਲਾਓ। ਇਸ ਬਾਰੇ ਤੁਸੀਂ ਦੱਸੋ ਕੁਝ। ਸਿੱਧੂ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ। ਲੱਗਦਾ ਕਰਪਸ਼ਨ ਦੀ ਗੱਲ ਹੈ, ਮੈਂ ਤੇ ਮੇਰੇ ਮਨ ਵਿੱਚ ਆਇਆ ਮੈਂ ਖੁਦ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਵਾਂ। ਬੁਰਾ ਨਾ ਮੰਨਿਓ ਮਲਹੋਤਰਾ ਜੀ, 18 ਸਾਲ ਤੋਂ ਉੱਪਰ ਸਾਰੀਆਂ ਹੀ ਪੰਜਾਬ ਦੀਆਂ ਔਰਤਾਂ ਨੂੰ ਤੁਸੀਂ 1000 ਰੁਪਇਆ ਹਰ ਮਹੀਨੇ ਦੇਣਾ, 12000 ਕਰੋੜ ਰੁਪਇਆ ਦੇਣਾ। ਬੀਬੀ ਜੀ ਹੱਸ ਰਹੇ ਆ ਸਿੰਧਾਵਾਲੀਆ ਜੀ ਵੀ ਉਹਨਾਂ ਨੂੰ ਵੀ ਹੁਣ 1000 ਰੁਪਇਆ ਆਉਣਾ। ਮੋਦੀ ਜੀ ਨੇ 15 ਲੱਖ ਦਿੱਤਾ, ਇਹਨਾਂ ਨੇ 1000 ਹੀ ਦੇਣਾ। ਇਹ ਕੋਈ ਠੱਗੀ ਦਾ ਲੁੱਟ ਦਾ ਮਾਲ ਹੈ ਵੀ ਅਸੀਂ ਵੰਡਣਾ ਲੋਕਾਂ ਨੂੰ। 1 ਮਿੰਟ ਸੋਚੋ ਤੁਸੀਂ, 1 ਮਿੰਟ। ਇਹ ਤੇ ਸ਼ਰੇਆਮ ਬ੍ਰਾਂਡਡ ਬਾਇੰਗ ਵੋਟ, ਪੈਸੇ ਦੀ ਕਾਸਟ ਤੇ ਇੱਕ ਵੋਟਾਂ ਨੂੰ ਖਰੀਦਣ ਦੀ। ਕਿਉਂ ਮੈਂ ਕਹਿੰਦਾ, ਜੇ ਤੁਸੀਂ ਲੋਕਾਂ ਨੂੰ ਰਾਹਤ ਦੇਣੀ ਹੈ ਔਰਤਾਂ ਨੂੰ, ਤੇ ਫਿਰ ਟਾਰਗੇਟਡ ਹੋਣੀ ਚਾਹੀਦੀ ਹੈ ਕਿ ਆਹ ਬੰਦਿਆਂ ਨੂੰ ਜ਼ਰੂਰਤ ਹੈ, ਇਹਨਾਂ ਦੇ 2 ਡੰਗ ਦੀ ਰੋਟੀ ਨਹੀਂ, ਇਹਨਾਂ ਦੇ ਬੱਚੇ ਨਹੀਂ ਪੜ੍ਹਦੇ, ਦਵਾਈ ਨਹੀਂ, ਕਿਸੇ ਤੇ ਖਰਚਾ ਕੋਈ ਤੇ ਕ੍ਰਾਈਟੀ, ਕੋਈ ਰਿਸਰਚ ਕੀਤੀ ਤੁਸੀਂ? ਕੋਈ ਉਹਦੀ ਰਿਪੋਰਟ ਤਿਆਰ ਕੀਤੀ? 1 ਮਿੰਟ। ਸਰਕਾਰੀ ਜਦੋਂ ਪੈਸਾ ਖਰਚਣਾ ਆ ਨਾ ਜੀ, ਉਹਦੇ ਤੇ ਬਕਾਇਦਾ ਸਾਇੰਟੀਫਿਕ ਰਿਸਰਚ ਹੋ ਕੇ ਰਿਪੋਰਟ ਹੋਣੀ ਚਾਹੀਦੀ ਹੈ। ਸਰਕਾਰ ਉਹਨੂੰ ਲਾਗੂ ਕਰੇ, ਉਹਦੇ ਕੋਲ ਕੋਈ ਆਧਾਰ ਹੋਵੇ। ਜਿਹਦੇ ਮੂੰਹ 'ਚ ਜੋ ਆਉਂਦਾ ਦੱਬੀ ਤੁਰਿਆ ਜਾਂਦਾ ਆ। ਇੱਥੇ ਵਿਕਾਊ ਮਾਲ ਨਹੀਂ ਹੈ ਪੰਜਾਬ। ਦੂਜੀ ਗੱਲ, ਪ੍ਰੋਫੈਸਰ ਆਪਾਂ ਜਵਾਬ ਲੈ ਲਈਏ ਉਹਨਾਂ ਤੋਂ, ਮਲਹੋਤਰਾ ਸਾਹਿਬ ਤੋਂ ਜਵਾਬ ਲੈ। ਹਾਂਜੀ ਮਲਹੋਤਰਾ ਸਾਹਿਬ। ਪ੍ਰੋਫੈਸਰ ਸਾਹਿਬ ਸਾਡੇ ਬੜੇ ਸਤਿਕਾਰਤ ਨੇ। ਪ੍ਰੋਫੈਸਰ ਸਾਹਿਬ ਦੇਖੋ, ਤੁਸੀਂ ਇਹ ਗੱਲ ਤਾਂ ਮੰਨਦੇ ਹੋ ਨਾ ਕਿ ਕਰੀਬ 3/4 ਜਿਹੜਾ ਸਮਾਜ ਹੈ ਸਾਡਾ, ਉਹ ਅੱਜ ਗਰੀਬੀ ਰੇਖਾ ਦੇ ਥੱਲੇ ਆ, ਗਰੀਬੀ ਰੇਖਾ ਦੇ ਆਸ-ਪਾਸ ਹੈਗਾ। They are struggling for 2 square meals in a day. Sir, not in the Please, 1 ਮਿੰਟ sir, ਤੁਸੀਂ ਦੇਖਿਆ ਨਹੀਂ ਹੈ, ਜਾ ਕੇ ਪਿੰਡਾਂ 'ਚ ਦੇਖੋ, ਸ਼ਹਿਰਾਂ 'ਚ ਦੇਖੋ। ਦੇਖਿਆ ਜੀ, ਅਸੀਂ ਪਿੰਡਾਂ 'ਚ ਰਹਿੰਦੇ ਹਾਂ। Please let me speak sir, please let me speak। ਔਰ ਸਪੈਸ਼ਲੀ ਜਿਹੜੀਆਂ ਲੇਡੀਜ਼ ਨੇ ਜਿਹੜੀਆਂ ਕੰਮ ਨਹੀਂ ਕਰਦੀਆਂ, 2/3 ਲੋਕਾਂ ਨੂੰ ਮਿਲਦਾ ਨਹੀਂ ਮੀਲ। ਸਰ ਪਲੀਜ਼ ਲੈਟ ਮੀ ਸਪੀਕ। ਜਿਹੜੀਆਂ ਲੇਡੀਜ਼ ਕੰਮ ਨਹੀਂ ਕਰਦੀਆਂ ਜਾਂ ਜਿਨ੍ਹਾਂ ਦੇ ਹਸਬੈਂਡ ਮੀਨੀਅਲ ਜੌਬਸ ਕਰਦੇ ਨੇ, ਮਜ਼ਦੂਰੀ ਕਰਦੇ ਨੇ, ਉਹਨਾਂ ਤੋਂ ਪੁੱਛੋ ਉਹਨਾਂ ਲਈ 1000 ਰੁਪਏ ਕਿੰਨਾ ਮਾਇਨਾ ਰੱਖਦਾ ਹੈਗਾ। ਯੂਪੀ ਦੇ ਹਾਰਾਂ ਨੇ ਆ ਕੇ ਇੱਥੇ ਸਾਡੇ ਮਲਹੋਤਰਾ ਸਾਹਿਬ
ਤਾਂ ਉਹੀ ਗੱਲ ਕਹਿ ਰਹੇ ਮਲਹੋਤਰਾ ਸਾਹਿਬ, ਪ੍ਰੋਫੈਸਰ ਸਾਹਿਬ ਤਾਂ ਉਹੀ ਗੱਲ ਕਹਿ ਰਹੇ ਨੇ ਕਿ ਜੋ ਇਕਨੋਮਿਕ ਸੈਕਸ਼ਨ ਵੀਕ ਹੈਗਾ, ਜੋ ਜਿਹੜਾ ਸੈਕਸ਼ਨ ਵੀਕ ਹੈਗਾ ਉਸ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ। ਇੰਨਾ ਬੁਰਾ ਹਾਲ ਸੀ ਲੋਕਾਂ ਦਾ। ਪਲੀਜ਼ let me speak, let me finish ਆਪਣੀ ਗੱਲ। ਫਿਰ ਕੈਪਟਨ ਸਾਹਿਬ ਮੈਂ ਤੁਹਾਡੇ ਕੋਲ ਆਊਂਗਾ, ਕੈਪਟਨ ਸਾਹਿਬ ਤੁਹਾਡੇ ਕੋਲ ਆਊਂਗਾ, ਮੈਂ ਗੱਲ ਪੂਰੀ ਕਰ ਲੈਂਦਾ। ਮੈਨੂੰ ਆਪਣੀ ਗੱਲ ਕਰ ਲੈਣ ਦਿਓ, ਗੱਲ ਪੂਰੀ ਕਰ ਲੈਣ ਦਿਓ। ਜਿੱਥੇ ਤੱਕ ਸਵਾਲ ਰਿਹਾ ਕਿ ਬਈ ਸਟੱਡੀ ਹੋਣੀ ਚਾਹੀਦੀ ਸੀ, ਜਿਹੜੇ ਨੀਡੀ ਹੈ ਸਿਰਫ ਉਹਨਾਂ ਨੂੰ ਹੀ ਦੇਣਾ ਚਾਹੀਦਾ ਸੀ। ਦੇਖੋ ਸਾਡੀ ਪਾਰਟੀ ਜਿਹੜੀ ਹੈ ਇਕੁਐਲਿਟੀ ਚ ਬਿਲੀਵ ਕਰਦੀ ਹੈ। why somebody one section of the society should be given and why another? ਜਿਸ ਨੂੰ ਨਹੀਂ ਚਾਹੀਦਾ, ਦੇਖੋ ਕੋਈ ਵੀ ਵਾਪਸ ਨਹੀਂ ਕਰਦਾ ਸਰ, ਕੋਈ ਵੀ ਵਾਪਸ ਨਹੀਂ ਕਰਦਾ, ਠੀਕ ਹੈ। ਜਿਸ ਨੂੰ ਨਹੀਂ ਚਾਹੀਦਾ ਯਾਰ ਤੁਸੀਂ ਲੋੜਵੰਦ ਨੂੰ ਕਿਉਂ ਦਿੰਦੇ ਹੋ ਜਿਹੜਾ ਬੰਦੇ ਨੂੰ ਲੋੜ ਨਹੀਂ? ਠੀਕ ਹੈ, ਠੀਕ ਹੈ, ਆਪਾਂ ਮੁੱਦੇ ਤੇ ਦੁਬਾਰਾ ਆਈਏ, ਉਸੇ ਮੁੱਦੇ ਤੇ ਜਿਸ ਮੁੱਦੇ ਨੂੰ ਲੈ ਕੇ ਆਪਾਂ ਚਰਚਾ ਕਰ ਰਹੇ ਹਾਂ ਮਲਹੋਤਰਾ ਸਾਹਿਬ, ਉਸੇ ਮੁੱਦੇ ਤੇ ਆਪਾਂ ਦੁਬਾਰਾ ਆਈਏ। ਜੈਸਮੀਨ ਜੀ, ਮੈਂ ਇਹ ਵੀ ਜਾਨਣਾ ਚਾਹੂੰਗਾ ਕਿ ਡਿਮਾਂਡ ਇੱਕ ਕਿਸਾਨਾਂ ਦੀ ਸੀ, ਤੁਸੀਂ ਜ਼ਰੂਰ ਜਵਾਬ ਦਿਓ ਮਲਹੋਤਰਾ ਸਾਹਿਬ ਦਾ। ਮੇਰਾ ਕੁਐਸਚਨ ਵੀ ਲੈ ਲਓ ਇੱਕ ਨਾਲ। ਕਿਸਾਨ ਐਮਐਸਪੀ ਦੀ ਡਿਮਾਂਡ ਕਰ ਰਿਹਾ ਹੁਣ ਕਿ ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਹੈ ਜਿਹੜਾ ਉਹ ਦਿੱਤਾ ਜਾਵੇ। ਦੂਜੇ ਪਾਸੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੈ ਜਿਹੜੀ ਕਿ C2 ਫਾਰਮੂਲੇ ਨਾਲ ਕਹਿੰਦੀ ਹੈ ਕਿ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਸ ਨੂੰ ਡਬਲ ਕੀਤਾ ਜਾਵੇ। ਕਿਸਾਨ ਇਹ ਕਹਿੰਦੇ ਨੇ ਕਿ ਸਾਨੂੰ ਕਰਜ਼ਾ ਮੁਆਫ ਕਰਜ਼ੇ ਲੈਣ ਦੀ ਨੌਬਤ ਹੀ ਤਾਂ ਆਉਂਦੀ ਹੈ ਅਗਰ ਸਾਨੂੰ ਫਸਲ ਦਾ ਪੂਰਾ ਮੁੱਲ ਨਹੀਂ ਮਿਲਦਾ। ਅਗਰ ਤੁਸੀਂ ਸਵਾਮੀਨਾਥਨ ਰਿਪੋਰਟ ਦੇ ਤਹਿਤ C2 ਫਾਰਮੂਲਾ ਲਾਗੂ ਕਰਦੇ ਹੋ ਤਾਂ ਇਹ ਜਿਹੜੀ ਬਾਰ-ਬਾਰ ਕਰਜ਼ਾ ਚੜ੍ਹਦਾ ਤੇ ਕਰਜ਼ੇ ਮੁਆਫੀ ਦਾ ਜ਼ਿਕਰ ਹੁੰਦਾ, ਸ਼ਾਇਦ ਉਸ ਦੀ ਲੋੜ ਹੀ ਨਾ ਪਵੇ। ਇਸ ਦਾ ਜਵਾਬ ਜ਼ਰੂਰ ਦਿਓ, ਔਰ ਮਲਹੋਤਰਾ ਸਾਹਿਬ ਜੋ ਕਹਿ ਰਹੇ ਸੀ ਉਸ ਦਾ ਜਵਾਬ ਦਿਓ। ਮੈਂ ਮਲਹੋਤਰਾ ਸਾਹਿਬ ਦਾ ਜਵਾਬ ਪਹਿਲਾਂ ਦੇਣਾ ਜੀ, ਕਿਉਂਕਿ ਮੈਂ ਪੰਜਾਬ 'ਚ ਜੰਮੀ ਪਲੀ ਹਾਂ। ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦੀ ਹਾਂ, ਮੈਂ ਪ੍ਰੋਫੈਸਰ ਸਾਹਿਬ ਨਾਲ ਸਹਿਮਤ ਹਾਂ ਕਿ ਕੋਈ ਲੌਜੀਕਲ ਪ੍ਰੋਸੀਜਰ ਹੋਣਾ ਚਾਹੀਦਾ ਹੈ। ਇਹ ਥੋੜਾ ਹੈ ਕਿ ਖਜ਼ਾਨੇ ਨੂੰ ਲੁਟਾ ਦਿਓ ਔਰ ਕਹਿ ਦਿਓ ਕਿ ਸਾਰੀਆਂ ਬੀਬੀਆਂ ਨੂੰ 1000 ਰੁਪਇਆ ਦੇਣਾ। ਮੈਂ ਨੌਕਰੀ ਕਰਨੀ ਆ, ਮੈਨੂੰ ਕੀ ਹੱਕ ਹੈ ਕਿ ਮੈਂ 1000 ਰੁਪਇਆ ਸਰਕਾਰ ਦਾ ਲਵਾਂ ਜਾਂ ਮੇਰੀ ਬੱਚੀ ਉਹ 1000 ਰੁਪਇਆ ਲੈ? ਉਹ ਪੈਸੇ ਜਿਹੜੇ ਨੇ ਉਹ ਲੋੜਵੰਦ ਔਰਤਾਂ ਦੇ, ਕੋਈ ਸਕੂਲ, ਕੋਈ ਹੈਲਥ ਸੈਂਟਰ, ਉਹਨਾਂ ਦੇ ਉੱਤੇ ਖਰਚਿਆ ਜਾਏ। ਇਹ ਜ਼ਿਆਦਤੀ ਹੈ ਕਿ ਖਜ਼ਾਨੇ ਨੂੰ ਤੁਸੀਂ ਇੱਕ ਸਵੀਪਿੰਗ ਸਟੇਟਮੈਂਟ ਕਰ ਦਿਓ ਕਿ ਸਾਰੀਆਂ ਬੀਬੀਆਂ ਨੂੰ 1000 ਰੁਪਇਆ ਦਿੱਤਾ ਜਾਏਗਾ। ਮਲਹੋਤਰਾ ਸਾਹਿਬ ਨੇ ਕਿਹਾ ਕਿ ਜੈਸਮੀਨ ਜਿਹੜੀ ਕੁਆਲਿਟੀ ਚ ਬਿਲੀਵ ਕਰਦੀ ਹੈ, ਇਹ ਕੁਆਲਿਟੀ ਨਹੀਂ। ਸਰ ਮੈਂ ਇਹਨਾਂ ਦਾ ਜਵਾਬ ਦੇਣਾ ਚਾਹਾਂਗਾ। ਜੀ ਮੈਂ ਤੁਹਾਡੇ ਕੋਲ ਆਉਂਗਾ ਮਲਹੋਤਰਾ ਸਾਹਿਬ। ਜੈਸਮੀਨ ਇਹ ਜਿਹੜੀ ਪਾਰਟੀ ਹੈ ਨਾ, ਆਮ ਆਦਮੀ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਇਕੱਲੀ, ਬਾਕੀ ਕੋਈ ਪਾਰਟੀ ਨੈਸ਼ਨਲ ਪਾਰਟੀ ਨਹੀਂ। ਜੈਸਮੀਨ ਜੀ ਕੰਪਲੀਟ ਕਰੋ ਲੋਕਾਂ ਬਾਰੇ। ਜੀ ਮੈਂ ਸਮਝਦੀ ਹਾਂ ਜੀ ਕਿ ਇਕੁਆਲਿਟੀ ਤੇ ਸਾਡੀ ਸੁਸਾਇਟੀ 'ਚ ਹੈ ਹੀ ਨਹੀਂ ਹੈ। ਵੀ ਆਰ ਅ ਥਰਡ ਵਰਲਡ ਕੰਟਰੀ। ਕੋਈ ਜਾਣਾ 5000 ਰੁਪਇਆ ਕਮਾ ਰਿਹਾ ਹੈ, ਕੋਈ 10 ਕਮਾ ਰਿਹਾ ਹੈ ਤੇ ਕੋਈ 5 ਕਰੋੜ ਕਮਾ ਰਿਹਾ ਹੈ। ਹਰ ਕਿਸਮ ਦਾ ਵਰਗ ਸਾਡੀ ਸੁਸਾਇਟੀ ਦੇ ਵਿੱਚ ਹੈ। ਸਾਡੀਆਂ ਬੱਚੀਆਂ ਨੂੰ ਬਿਹਤਰ ਸਕੂਲ ਦਿੱਤੇ ਜਾਣ, ਕਾਲਜਿਸ ਦਿੱਤੇ ਜਾਣ, ਸਿਵਲ ਹਸਪਤਾਲਾਂ 'ਚ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਏ। ਇਹ ਥੋੜਾ ਕਿ ਮੇਰੇ ਵਰਗੀਆਂ ਅਪਰ ਮਿਡਲ ਕਲਾਸ ਔਰਤਾਂ ਨੂੰ ਵੀ ਤੁਸੀਂ ਕਹੋ ਕਿ ਤੁਹਾਨੂੰ ਵੀ 1000 ਰੁਪਇਆ ਦਿੱਤਾ ਜਾਏ। ਦਿਸ ਇਜ਼ ਸ਼ੀਅਰ ਵੇਸਟ ਆਫ ਇਕਨੋਮਿਕ ਰਿਸੋਰਸਸ ਆਫ ਸਟੇਟ। ਦਿਸ ਇਜ਼ ਲੂਟ। This is absolute loot and ਠੀਕ ਹੈ ਜੈਸਮੀਨ ਜੀ, ਜਿਹੜਾ ਤੁਸੀਂ ਜ਼ਿਕਰ ਕਰਨਾ ਚਾਹੁੰਦੇ ਹੋ ਕਿ ਜਿਹੜਾ ਵੀਕਰ ਸੈਕਸ਼ਨ ਹੈਗਾ ਉਹਨੂੰ ਉਹਦੇ ਉੱਪਰ ਜਿਹੜਾ ਟਾਰਗੇਟ ਕੀਤਾ ਜਾਵੇ। ਵੀਕਰ ਸੈਕਸ਼ਨ ਨੂੰ ਜ਼ਰੂਰ ਦਿਓ। ਮੇਰਾ ਦੂਜਾ ਸਵਾਲ ਜਿਹੜਾ ਸੀ ਐਮਐਸਪੀ ਨੂੰ ਲੈ ਕੇ, ਕੋਈ ਅਪਲਿਫਟ ਕਰੋ, ਲੌਂਗ ਟਰਮ ਪਲਾਨ ਬਣਾਓ ਕਿ ਸਾਡੀਆਂ ਬੱਚੀਆਂ ਲਈ ਕੀ ਬਿਹਤਰ ਹੈ, ਸਾਡੇ ਸੂਬੇ ਦੀਆਂ ਔਰਤਾਂ ਲਈ ਕੀ ਬਿਹਤਰੀ ਹੈਗੀ। ਇੱਕ ਲੌਂਗ ਟਰਮ ਪਲਾਨ ਬਣਾਓ, ਇੱਕ ਰੋਡ ਮੈਪ ਬਣਾਓ, ਭਾਵੇਂ 5 ਸਾਲਾਂ ਬਾਅਦ ਕੋਈ ਵੀ ਸਰਕਾਰ ਆਏ ਉਹਨੂੰ ਫੋਲੋ ਕਰੇ। ਠੀਕ ਹੈ ਜੈਸਮੀਨ ਜੀ, ਮੇਰਾ ਦੂਜਾ ਸਵਾਲ ਸੀ ਜਿਹੜਾ ਕਿ ਐਮਐਸਪੀ ਨੂੰ ਲੈ ਕੇ ਔਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ C2 ਫਾਰਮੂਲਾ ਦਾ ਉਸ ਬਾਰੇ ਕੀ ਵਿਚਾਰ ਨੇ? ਮੈਂ ਤੁਹਾਨੂੰ ਬਿਲਕੁਲ ਕਹਿੰਦੀ ਹਾਂ ਜੀ ਕਿ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਾਰੰਟੀ ਦਿੱਤੀ ਜਾਏਗੀ ਐਮਐਸਪੀ ਤੇ, ਔਰ ਉਹ ਜ਼ਰੂਰ ਦੇਣਗੇ ਉਹ ਕਿ ਸਟੇਟਸਮੈਨ ਨੇ। ਔਰ ਥਰਡ ਵਰਲਡ ਕੰਟਰੀਜ਼ ਕਈ ਲਿਮਿਟੇਸ਼ਨਸ ਹੁੰਦੀਆਂ ਨੇ, ਔਰ 100% ਆਈ ਐਗਰੀ ਕਿ ਫਾਰਮਰਸ ਨੂੰ ਫਾਰਮਿੰਗ ਬਹੁਤ ਡੁਰੈਸ ਦੇ ਵਿੱਚ ਹੈ। ਔਰ ਜੇ ਸਾਡੀਆਂ ਸਰਕਾਰਾਂ ਕੋਈ ਵੀ ਹੋਵੇ ਜੇ ਕਮਿਟਡ ਨਹੀਂ ਹੋਣਗੀਆਂ ਤੇ ਸਾਡੀ ਇਕਨੋਮੀ ਔਰ ਸਾਡਾ ਇੱਕ ਬਹੁਤ ਵੱਡਾ ਸੈਗਮੈਂਟ, ਅਸੀਂ ਕਰੀਬਨ 70% ਆਬਾਦੀ ਦੇ ਲੋਕ, 70% ਪੀਪਲ ਜਿਹੜੇ ਨੇ ਉਹ ਐਗਰੀਕਲਚਰ ਕਿਸਾਨੀ ਕਰਦੇ ਨੇ ਔਰ ਉਹ ਫੈਕਟ ਹੁੰਦੇ ਨੇ। ਐਂਡ ਆਈ ਐਮ ਸ਼ੋਰ ਕੋਈ ਨਾ ਕੋਈ ਵਾਇਆ ਮੀਡੀਆ ਜ਼ਰੂਰ ਲੱਭਣਾ ਚਾਹੀਦਾ ਔਰ ਲੱਭਿਆ ਜਾਏ। ਠੀਕ ਹੈ ਜੈਸਮੀਨ ਜੀ। ਮਲਹੋਤਰਾ ਜੀ ਤੁਸੀਂ ਆਪਣੀ ਸ਼ਾਰਟ ਦੇ ਵਿੱਚ ਗੱਲ ਕੰਪਲੀਟ ਕਰ ਲਓ। ਹਾਂਜੀ ਹਾਂ, ਦੇਖੋ ਮੈਂ ਗੱਲ ਦੁਹਰਾਉਣਾ ਚਾਹਾਂਗਾ ਕਿ ਕਰੀਬ 75% ਪੋਪੂਲੇਸ਼ਨ ਜਿਹੜੀ ਪੰਜਾਬ ਦੀ ਹੈ 10 ਤੋਂ 15 ਹਜ਼ਾਰ ਤੋਂ ਥੱਲੇ ਜਿਹੜੀ ਬ੍ਰੈਕਟ ਹੈ, ਇਸ ਉਹ ਇੰਨੀ ਇਨਕਮ ਹੈ ਉਹਨਾਂ ਦੀ। ਸੋ ਉਹਨਾਂ ਲਈ 1000 ਰੁਪਇਆ ਬੜਾ ਮਾਇਨੇ ਰੱਖਦਾ ਹੈ। ਔਰ ਮੈਂ ਮੈਡਮ ਨੂੰ ਰਿਕੁਐਸਟ ਕਰਨਾ, ਮੈਡਮ ਪਲੀਜ਼ ਦੇਖੋ, ਮੈਂ ਮੈਡਮ ਜੈਸਮੀਨ ਜੀ ਵਰਗੇ ਜਿਹੜੇ ਐਫਲੂਐਂਟ ਪੀਪਲ ਨੇ, ਜਿਹੜੇ ਵੈਲ ਅਰਨਿੰਗ ਪੀਪਲ ਨੇ, ਇਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਜੇ 1000 ਰੁਪਇਆ ਐਕਸੈਪਟ ਕਰਨਾ ਹੱਦ ਤੱਕ ਸਮਝਦੇ ਨੇ ਤਾਂ ਆਪਣੀ ਮੇਡ ਨੂੰ ਡੋਨੇਟ ਕਰ ਦੇਣ। ਬਹੁਤ ਦੁਆਵਾਂ ਮਿਲਣਗੀਆਂ ਇਹਨਾਂ ਨੂੰ।
ਔਨ ਮੇਡ ਵਰਗੀਆਂ ਹਜ਼ਾਰਾਂ ਕੀ ਮਲਹੋਤਰਾ ਦੀ ladies ਗੱਲ ਇਹਨਾਂ ਕਰਦੇ ਆਸ-ਪਾਸ, ਆ ਤੁਸੀਂ ਹੱਦ ਕਰਦੀ ਮਲਹੋਤਰਾ ਸਾਹਿਬ ਨੂੰ ਇਸ 1000 ਰੁਪਏ ਦੀ ਲੋੜ ਰੀਅਲੀ ਸੈਡ ਔਨ ਮਲਹੋਤਰਾ ਜਵਾਬ ਸਾਹਿਬ ਵੀ ਨਹੀਂ ਤੁਸੀਂ ਮੁਨਾਸਿਬ ਸਮਝ ਨਹੀਂ ਆਪਣੀ ਰਹੇ। ਗੱਲ ਕਰੋ ਨਾ ਕਿ ਤੁਸੀਂ ਇਹ 3000 ਕਰੋੜ Sir, ਰੁਪਇਆ let us not criticize, ਤੁਹਾਡੀ ਗੱਲ ਮੰਨ ਕੇ ਚੱਲਦੇ ਆ ਅਸੀਂ ਸਿਰਫ ਮਲਹੋਤਰਾ ਜੀ ਤੁਹਾਡੀ ਗੱਲ ਮੰਨ ਕੇ ਚੱਲਦੇ ਆ ਆਪਾਂ ਦੇਖੀਏ ਕਿ ਸਮਾਜ ਵਿੱਚ ਲੋੜ ਹੈ ਕਿ ਨਹੀਂ ਹੈ। ਮੇਰੀ ਗੱਲ ਸੁਣੋ ਵੱਡੇ ਤਬਕੇ ਪੰਜਾਬ ਨੂੰ ਕਿਸੇ ਦੀ ਲੋੜ ਨਹੀਂ ਹੈ ਮੇਰੀ ਗੱਲ ਸੁਣੋ। ਮੋਟਾ ਸਾਹਿਬ, ਪੰਜਾਬ ਨੂੰ ਕਿਸੇ ਦੀ ਲੋੜ ਨਹੀਂ। ਨਹੀਂ ਇੱਕ ਮਿੰਟ ਨਹੀਂ, ਸਾਡੇ ਦੇ ਦਿਓ ਸਾਨੂੰ ਇੰਨੀ ਬਹੁਤ ਹੈ। ਮਲਹੋਤਰਾ ਜੀ ਦੀ ਗੱਲ ਮੰਨ ਕੇ ਚੱਲੋ, ਮਲਹੋਤਰਾ ਜੀ ਤੁਹਾਡੀ ਗੱਲ ਮੰਨ ਲੈਂਦੇ ਕਿ 75%, ਹਾਲਾਂਕਿ ਫੈਕਟ ਠੀਕ ਨਹੀਂ ਤੁਹਾਡੇ ਪੰਜਾਬ ਲਈ, ਮੰਨ ਲਓ 75% ਨੂੰ ਦੇਣਾ ਚਾਹੀਦਾ, ਤੁਹਾਡੀ 25% ਨੂੰ ਤੁਸੀਂ ਕਿਉਂ ਦੇ ਰਹੇ ਆ ਜੀ? ਤੁਸੀਂ 3000 ਕਰੋੜ ਰੁਪਈਆ ਕਿਉਂ ਦੇ ਰਹੇ ਆ ਵਾਧੂ? ਇਹ 3000 ਕਰੋੜ ਰੁਪਈਏ ਦੀ ਕੋਈ ਕੀਮਤ ਨਹੀਂ। ਇੱਕ ਮਿੰਟ ਗੱਲ ਸੁਣੋ ਹੁਣ ਤੁਸੀਂ, ਤੁਹਾਡੀ ਗੱਲ ਮੰਨ ਕੇ ਚੱਲਦਾ ਮੈਂ। ਕੁਆਲਿਟੀ ਹੈਜ਼ ਟੂ ਬੀ ਅਪਹੈਲਡ। ਕੀ ਇਕੁਐਲਿਟੀ ਕਹੀ ਹੈ? ਇਕੁਐਲਿਟੀ ਹੈ, ਤੁਸੀਂ ਗਰੀਬਾਂ ਦਾ ਪੈਸਾ ਚੱਕ ਕੇ ਉੱਥੇ ਠੀਕ ਹੈ ਪ੍ਰੋਫੈਸਰ ਸਾਹਿਬ ਮੁੱਦੇ ਤੇ ਆਈਏ, ਜਿਹੜੇ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ। ਪੈਨਲਿਸਟ ਨੂੰ ਗੁਜ਼ਾਰਿਸ਼ ਕਰੂੰਗਾ ਕਿ ਆਪਾਂ ਉਸ ਮੁੱਦੇ ਤੇ ਰਹੀਏ ਜਿਹੜਾ ਕਿ ਅੱਜ ਕਿਸਾਨਾਂ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ। ਠੀਕ ਹੈ ਮਲਹੋਤਰਾ ਸਾਹਿਬ, ਇਸ ਦੇ ਉੱਪਰ ਜ਼ਰੂਰ ਕਿਸੇ ਦਿਨ ਡਿਬੇਟ ਰੱਖਾਂਗੇ, ਇਸ ਦੇ ਉੱਪਰ ਜ਼ਰੂਰ ਕਿਸੇ ਦਿਨ ਡਿਬੇਟ ਰੱਖਾਂਗੇ। ਖੈਰ ਕੈਪਟਨ ਗੁਰਜਿੰਦਰ ਸਿੰਘ ਕੋਲ ਮੈਂ ਆਉਣਾ ਚਾਹੂੰਗਾ। ਕੈਪਟਨ ਸਾਹਿਬ, ਅਕਾਲੀ ਦਲ ਨੇ ਵੀ ਲੰਮਾ ਸਮਾਂ ਪੰਜਾਬ ਦੇ ਉੱਪਰ ਰਾਜ ਕੀਤਾ, ਹੁਕੂਮਤ ਕੀਤੀ ਹੈ, ਤਾਂ ਅਕਾਲੀ ਦਲ ਇਸ ਮਸਲੇ ਨੂੰ ਕਿਵੇਂ ਸਮਝਦਾ ਹੈ ਕਿ ਜਿਹੜੀ ਸਵਾਮੀਨਾਥਨ ਕਮਿਸ਼ਨ ਦਾ ਮੈਂ ਰਿਪੋਰਟ ਦਾ ਸਵਾਲ ਜੈਸਮੀਨ ਜੀ ਨੂੰ ਕੀਤਾ ਸੀ, ਉਹੀ ਮੈਂ ਸਮਝਣਾ ਚਾਹੂੰਗਾ ਕਿ ਅਗਰ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਤਹਿਤ C2 ਫਾਰਮੂਲਾ ਲਾਗੂ ਹੋ ਕੇ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਹੁੰਦਾ ਹੈ, ਤਾਂ ਕਿ ਫਿਰ ਇਹ ਨੌਬਤ ਸ਼ਾਇਦ ਨਹੀਂ ਆਵੇਗੀ ਜਿਹੜਾ ਕਰਜ਼ਾ ਕਿਸਾਨਾਂ ਦੇ ਸਿਰ ਚੜਦਾ ਔਰ ਫਿਰ ਉਸ ਨੂੰ ਮਾਫ ਕਰਨ ਦੀ ਕਵਾਇਦ ਸ਼ੁਰੂ ਹੁੰਦੀ ਹੈ ਔਰ ਜਿਹੜੀ ਕੈਂਪੇਨਿੰਗ ਸ਼ੁਰੂ ਹੋ ਜਾਂਦੀ ਹੈ ਇਹਦੇ ਉੱਪਰ। ਦੇਖੋ ਵੀ ਹੈਡ ਬਿਨ, ਅਸੀਂ ਤਾਂ ਮਤਲਬ ਬਹੁਤ ਪਹਿਲਾਂ ਤੋਂ ਹੀ ਸਵਾਮੀਨਾਥਨ ਦੀ ਰਿਪੋਰਟ ਦੇ ਲਾਗੂ ਕਰਨ ਦੇ ਹੱਕ ਵਿੱਚ ਸੀਗੇ, ਪਰੰਤੂ ਜਿਹੜੀ ਗੱਲ ਆ MSP ਦੀ ਚੱਲਦੀ ਹੈ ਹੁਣ, ਜੇਕਰ ਇੰਨੀ ਕੀ ਸਰਕਾਰ ਸੈਂਟਰ ਸਰਕਾਰ ਕਰ ਦੇਵੇ ਤਾਂ ਮੇਰਾ ਖਿਆਲ ਹੈ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਮਿਲ ਸਕਦੀ ਹੈ। ਤੋ ਇਹਦੇ ਬਾਰੇ ਕੋਈ ਨਾ ਕੋਈ ਠੋਸ ਕੇਂਦਰ ਸਰਕਾਰ ਨੂੰ ਲੈ ਕੇ ਆਉਣਾ ਚਾਹੀਦਾ ਗੱਲ ਨੂੰ, ਜੇ ਕਿਤੇ ਨਾ ਕਿਤੇ ਇਹਨਾਂ ਦੀ ਮਜਬੂਰੀ ਹੈ ਕਿ ਸਵਾਮੀਨਾਥਨ ਰਿਪੋਰਟ ਨਹੀਂ ਲਾਗੂ ਕਰ ਸਕਦੇ। ਤੋ ਹੋ ਸਕਦਾ ਇਹ 2024 ਦੀਆਂ ਇਲੈਕਸ਼ਨਾਂ ਨੂੰ ਵੇਟ ਕਰਦੇ ਹੋਣ, ਹੋ ਸਕਦਾ ਉਦੋਂ ਇਹਨਾਂ ਦਾ ਉਦੋਂ ਇਲੈਕਸ਼ਨਾਂ ਤੋਂ ਥੋੜਾ ਜਿਹਾ ਪਹਿਲਾਂ ਇਹ ਲਾਗੂ ਕਰਨ ਉਹ ਸਵਾਮੀਨਾਥਨ ਰਿਪੋਰਟ ਨੂੰ, ਕਿਉਂਕਿ ਦੈਨ ਦੇ ਹੈਵ ਅ ਫੇਸ ਟੂ ਗੋ ਇਨ ਦਾ ਪੀਪਲ ਕਿ ਵੀ ਦੇਖੋ ਅਸੀਂ ਸਵਾਮੀਨਾਥਨ ਰਿਪੋਰਟ ਲਾਗੂ ਕਰਤੀ ਤੇ ਕਿਸਾਨਾਂ ਦੀ ਜਿਹੜੀ ਆਮਦਨੀ ਹੈ ਦੁੱਗਣੀ ਹੋ ਗਈ। ਤੋ ਇਸ ਲਈ ਇਹ ਸਾਰੇ ਪੋਲੀਟੀਕਲ ਹੱਥ ਕੰਡੇ ਹੁੰਦੇ ਨੇ ਜੀ। ਬਟ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਇਹਨਾਂ ਨੇ ਜੋ ਕਿਹਾ ਅੱਜ ਤੱਕ ਉੱਥੇ ਤਾਂ ਇਹ ਖੜੇ ਨਹੀਂ, ਕਿਉਂਕਿ ਇਹਨਾਂ ਨੇ ਕਿਹਾ ਸੀ ਅਸੀਂ ਕੋਈ ਸਿਕਿਉਰਿਟੀਆਂ ਨਹੀਂ ਲਵਾਂਗੇ, ਸਾਡੇ MLA ਕੁਝ ਨਹੀਂ ਲੈਣਗੇ, ਗੱਡੀਆਂ ਨਹੀਂ ਲੈਣਗੇ, ਅਸੀਂ ਲੋਕਾਂ ਵਿੱਚ ਰਹਾਂਗੇ। ਪਰੰਤੂ ਇਹਨਾਂ ਦੇ ਜਿੰਨੇ ਵੀ MLA ਨੇ ਸਾਰੇ VVIP ਕਲਚਰ ਦੇ ਵਿੱਚ ਅੱਜ ਬੁਰੀ ਤਰ੍ਹਾਂ ਖੁੱਭ ਚੁੱਕੇ ਨੇ। ਔਰ ਰਹੀ ਗੱਲ ਜਿਹੜੀ ਮੇਜਰ ਸਾਹਿਬ ਨੇ ਕਹੀ ਆ ਕਿ ਅਸੀਂ ਮਤਲਬ ਮੈਂ ਤਾਂ ਆਪ ਇਹ ਪੁੱਛਣਾ ਚਾਹੁੰਦਾ ਕਿ ਜੇ ਤੁਸੀਂ ਵੀ ਚਲੋ ਮੈਂ ਮੰਨਦਾ ਗੱਲ, ਜਿਸ ਤੱਕ ਸਾਡੀ ਪਾਰਟੀ ਇਸ ਵਾਰ 10 ਸਾਲ ਸੀ, ਪੰਜਾਬ ਦੀ ਬਹੁਤ ਸਾਰੇ ਡਿਵੈਲਪਮੈਂਟ ਕੀਤੀ ਹੈ, ਸਾਰੀਆਂ ਰੋਡ, ਸਾਰੇ ਇਨਫਰਾਸਟ੍ਰਕਚਰ, ਬਹੁਤ ਸਾਰੇ ਈਵਨ ਮਤਲਬ ਡਿਪਟੀ ਕਮਿਸ਼ਨਰ ਜਿਹੜੇ ਕੰਪਲੈਕਸ ਐਡਮਿਨਿਸਟ੍ਰੇਸ਼ਨ ਕੰਪਲੈਕਸ ਵਗੈਰਾ ਨੇ ਸ਼ਹਿਰਾਂ ਦੇ ਵਿੱਚ, ਪਾਰਕਸ ਨੇ, ਦੈਨ ਸੀਵਰੇਜ ਦਾ ਕੰਮ ਅਸੀਂ ਮੇਰਾ ਖਿਆਲ ਹੈ ਵੀ ਸਾਡੀ ਸਰਕਾਰ ਦੇ ਦੌਰਾਨ ਇਹ, ਔਰ ਅਸੀਂ ਸਾਡੀ ਸਰਕਾਰ ਨੇ ਪਿੰਡ ਜਾ ਕੇ ਲੋਕਾਂ ਨੂੰ ਵਿਕਾਸ ਲਈ ਪੈਸੇ ਵੰਡੇ ਨੇ। ਇਹਦਾ ਤਾਂ ਇਤਿਹਾਸਕ ਬਾਹਰ ਤਾਂ ਕੋਈ ਦੂਜੀ ਗੱਲ ਨਹੀਂ। ਨਸ਼ੇ ਤੇ ਮਾਫੀਆ ਵੀ ਤੁਹਾਡੇ ਰਾਜ 'ਚ ਚੱਲੇ ਨੇ। ਨਹੀਂ, ਨਸ਼ੇ ਦੇ ਮਾਫੀਆ ਅਸੀਂ ਕਹਿੰਦੇ ਆ ਜੇ ਸਾਡਾ ਕੋਈ ਨਹੀਂ, ਅਸੀਂ ਤਾਂ ਕਹਿੰਦੇ ਆ ਜੇ ਸਾਡਾ ਹੁਣ ਤੱਕ ਕਾਂਗਰਸ ਹੈ ਨਾ 5 ਸਾਲ ਤੋਂ, ਕਿਉਂ ਨਹੀਂ ਰੋਕ ਸਕੇ? ਲਓ ਅਸੀਂ ਕੱਲ ਨੂੰ ਲੋਕ ਸੋਨੂੰ ਫਤਵਾ ਦੇ ਦੇਣ, ਤੁਹਾਡੇ ਕੋਲ ਵੀ ਨਹੀਂ ਰੁਕਣਾ ਇਹ, ਕਿਉਂਕਿ ਇਹ ਜਿਹੜੀ ਅਸੀਂ ਇਹਨਾਂ ਦਾ ਨਹੀਂ ਰੁਕ ਸਕਦੀਆਂ ਇਹ। ਸਾਡੀ ਸਰਕਾਰ ਹੈ, ਇਹ ਅਮਰੀਕਾ ਕੈਨੇਡਾ ਦੀ ਇਹ ਵਿਕਸਿਤ ਕੰਟਰੀ ਨੇ, ਉੱਥੇ ਵੀ ਚੱਲ ਰਹੇ ਨੇ। ਰੋਕਿਆ ਸਾਨੂੰ ਅਗਲੀ ਵਾਰੀ ਵੋਟ ਨਾ ਪਾਇਓ, ਕਿਤੇ ਨਾ ਕਿਤੇ ਨਹੀਂ। ਦੇਖੋ ਮੇਰੀ ਗੱਲ ਸੁਣੋ, ਜੇ ਅਸੀਂ ਨਾ ਰੋਕਿਆ ਸਾਨੂੰ ਅਗਲੀ ਵਾਰੀ ਵੋਟ ਨਾ ਪਾਇਓ। ਗੱਲ ਸੁਣੋ, ਇਹ ਕੈਪਟਨ ਸਾਹਿਬ ਨੇ ਗੁਟਕਾ ਦੀ ਕਸਮ ਖਾ ਕੇ ਕਿਹਾ ਸੀ ਕਿ ਹਫ਼ਤੇ 'ਚ ਮੈਂ ਨਸ਼ੇ ਬੰਦ ਕਰ ਦੂੰਗਾ, ਪਰ ਕਿੱਥੇ ਆ ਉਹ ਕੈਪਟਨ? ਕਿੱਥੇ ਆ ਹੁਣ? ਚੰਨੀ ਸਾਹਿਬ ਤੁਰੇ ਫਿਰਦੇ ਨੇ, ਇਹਨਾਂ ਨੂੰ ਪੁੱਛ ਲਓ ਜੀ ਅੱਛਾ ਠੀਕ ਹੈ, ਆਪਾਂ ਇਹਨਾਂ ਨੇ ਮਤਲਬ ਕੈਪਟਨ ਸਾਹਿਬ ਆਪਾਂ ਮੁੱਦੇ ਤੇ ਰਹੀਏ। ਜਿਹੜਾ ਵੀ ਕੋਈ ਜ਼ਿੰਮੇਵਾਰ ਨੂੰ ਬੰਦ ਕਰੋ। ਇਸ ਤਰੀਕੇ ਨਾਲ ਮੈਂ ਇੱਕ ਅੰਕੜਾ ਵੀ ਪਿਛਲੇ ਦਿਨੀ ਪੜਿਆ ਕਿ 1970 ਤੋਂ ਜਿਹੜਾ 90 ਦਾ ਦਹਾਕਾ ਸੀ, ਉਹਦੇ ਵਿੱਚ ਪੰਜਾਬ ਦੀ GDP ਹੈ ਜਿਹੜੀ ਉਹ 5% ਦੇ ਦਰਮਿਆਨ ਰਹੀ ਹੈ, ਔਰ ਉਸ ਤੋਂ ਬਾਅਦ ਲਗਾਤਾਰ ਘਟ ਹੁੰਦੀ 1990 ਤੋਂ 2000 ਤੱਕ ਆਉਂਦੀ ਉਹ 3% ਤੱਕ ਰਹੀ, ਔਰ ਹੁਣ ਜਿਹੜਾ ਉਹ 2% ਤੱਕ ਜਿਹੜੀ ਆ ਡਾਊਨ ਹੋ ਚੁੱਕੀ ਹੈ। ਕੀ ਸਮਝਦੇ ਹੋ ਕਿ ਉਹ ਜਿਹੜਾ ਕਾਲ ਸੀਗਾ 1970 ਤੋਂ ਜਿਹੜਾ 90 ਤੱਕ ਦਾ ਦਹਾਕਾ ਸੀ ਔਰ ਉਸ ਤੋਂ ਬਾਅਦ ਲਗਾਤਾਰ ਡਾਊਨ ਹੋਈ GDP, ਇਹ ਜਿਹੜਾ ਕਰਜ਼ਾ ਚੜਿਆ ਕਿਸਾਨਾਂ ਦੇ ਸਿਰ, ਇਸ ਨੂੰ ਵੀ ਕਾਰਨ ਮੰਨਦੇ ਹੋ? ਮੈਨੂੰ ਸਵਾਲ ਹੈ ਜੀ ਮਲਹੋਤਰਾ ਸਾਹਿਬ ਤੁਹਾਨੂੰ ਸਵਾਲ ਹੈ।
ਦੇਖੋ GDP ਜਿਹੜੀ ਡਾਊਨ ਹੋਈ ਹੈਗੀ ਹੈ, ਆਬਵੀਅਸਲੀ ਕਿਸਾਨਾਂ ਨੂੰ ਉਹਨਾਂ ਦੀ ਜਿਹੜੀ ਫਸਲ ਹੈ ਉਹਦਾ ਪੂਰਾ ਮੁਆਵਜ਼ਾ ਨਹੀਂ ਮਿਲਿਆ। ਜੇ ਉਹਨਾਂ ਨੂੰ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਮੁਆਵਜ਼ਾ ਮਿਲਿਆ ਹੁੰਦਾ, ਜੋ ਉਹਨਾਂ ਨੂੰ ਉਹਦੀ ਕੀਮਤ ਮਿਲੀ ਹੁੰਦੀ, ਤਾਂ ਤੁਹਾਡੀ GDP ਵਿੱਚ ਵੀ ਇਹ ਰਿਫਲੈਕਟ ਕਰਨਾ ਸੀ। ਦੂਸਰਾ ਬੜਾ ਵੱਡਾ ਕਾਰਨ ਹੈਗਾ ਕਿ ਤੁਹਾਡੀਆਂ ਜਿਹੜੀਆਂ ਸਰਕਾਰਾਂ ਹੈ ਟੋਟਲੀ ਉਹਨਾਂ ਦੀ ਫੋਰਸਾਈਟ ਨਹੀਂ ਰਹੀ, ਬਿਲਕੁਲ ਵੀ ਉਹਨਾਂ ਦੀ ਜਿਹੜੇ ਫੋਕਸ ਸੀਗਾ ਸਿਰਫ ਆਪਣਾ ਢਿੱਡ ਭਰਨ ਤੇ ਰਿਹਾ ਹੈਗਾ। ਅਕਾਲੀ ਸਰਕਾਰ ਦੇ ਸਮੇਂ ਤੁਹਾਡੀ ਇੰਡਸਟਰੀ ਸਾਰੀ ਭੱਜ ਗਈ। ਤਾਂ ਕਿੰਨਾ ਗੱਲਾਂ ਹੁੰਦੀਆਂ ਸੀ ਕਿ ਜੀ ਸਰਕਾਰ ਵਿੱਚ ਹਿੱਸੇ ਮੰਗੇ ਜਾਂਦੇ ਹੈਗੇ ਆ, ਇੰਸਪੈਕਟਰ ਰਾਜ ਸੀਗਾ, ਸਾਰੀ ਇੰਡਸਟਰੀ ਤੁਹਾਡੀ ਇੱਥੋਂ ਭੱਜ ਗਈ। ਤੇ ਜੇ ਇੰਡਸਟਰੀ ਭੱਜ ਗਈ ਤਾਂ ਤੁਹਾਡੀ GDP ਕਿੱਥੋਂ ਹੋਣੀ ਹੈ? ਸੋ ਇਹ ਮੰਗੇ ਜਾਂਦੇ ਸੀ ਫੈਕਟਰਸ ਨੇ। ਬਾਕੀ ਇੱਕ ਜਿਹੜਾ ਮੇਨ ਕਰਦਾ ਚੜਿਆ ਦੈਟ ਇਜ਼ ਬਿਕਾਜ਼ ਆਫ ਦੂਸਰਾ ਜਿਹੜਾ ਹੈ ਇੰਡਸਟਰੀ ਜਿਹੜੀ ਹੈ ਉਸ ਨੂੰ ਤੁਸੀਂ ਲੁੱਕ ਆਫਟਰ ਨਹੀਂ ਕੀਤਾ, ਬਲਕਿ ਤੁਸੀਂ ਉਹਨੂੰ ਲੁੱਟਣ ਤੇ ਲੱਗ ਗਏ ਤੇ ਇੰਡਸਟਰੀ ਇੱਥੋਂ ਭੱਜ ਗਈ। ਅੱਛਾ ਮਲਹੋਤਰਾ ਸਾਹਿਬ, ਅਗਰ ਤੁਹਾਡੀ ਸਰਕਾਰ ਆਉਂਦੀ ਹੈ ਸੂਬੇ ਦੇ ਵਿੱਚ, ਤਾਂ ਤੁਹਾਡੇ ਕੋਲ ਕੀ ਰੋਡ ਮੈਪ ਹੈਗਾ, ਪਲਾਨ ਹੈਗਾ? ਕਿਉਂਕਿ ਕਰਜ਼ਾ ਤਾਂ ਜਿਹੜਾ ਕਿਸਾਨਾਂ ਸਿਰ ਚੜਿਆ ਹੋਇਆ ਇੱਕ ਫਿਰ ਵੀ ਵੱਡਾ ਮੁੱਦਾ ਰਹਿਣਾ ਹੈ। 77,753 ਕਰੋੜ ਬਹੁਤ ਵੱਡੀ ਰਕਮ ਹੈ। ਅਗਰ ਤਾਂ ਚਲੋ ਜਿਹੜੀ ਚਿੱਠੀ ਲਿਖੀ ਆ ਉਸ ਦੇ ਉੱਪਰ ਭਾਜਪਾ ਕੋਈ ਅਮਲ ਕਰਦੀ ਹੈਗੀ ਆ, ਕੇਂਦਰ ਸਰਕਾਰ ਕੋਈ ਅਮਲ ਕਰਦੀ ਹੈ ਤਾਂ ਸ਼ਾਇਦ ਉਹ ਹੋ ਸਕਦਾ ਹੈ, ਪਰ ਅਗਰ ਨਹੀਂ ਕਰਦੀ, ਤੁਹਾਡੀ ਸਰਕਾਰ ਬਣਦੀ ਹੈ, ਤਾਂ ਤੁਹਾਡੇ ਕੋਲ ਕੀ ਰੋਡ ਮੈਪ ਹੈ? ਦੇਖੋ, ਸਾਡੇ ਕੋਲ ਸਭ ਤੋਂ ਵੱਡਾ ਜਿਹੜਾ ਬ੍ਰਹਮ ਅਸਤਰ ਹੈਗਾ ਉਹ ਸਾਡੀ ਪਾਰਟੀ ਦੀ ਇਮਾਨਦਾਰੀ ਹੈ। ਇਮਾਨਦਾਰੀ ਦੇ ਨਾਲ ਸਰਕਾਰ ਚਲਾ ਕੇ ਅਸੀਂ ਮਾਫੀਆ ਏਕਤਾ ਖਤਮ ਕਰਨੇ, ਜਿਵੇਂ ਦਿੱਲੀ 'ਚ ਖਤਮ ਕੀਤੇ, ਭ੍ਰਸ਼ਟਾਚਾਰ ਖਤਮ ਕਰਨਾ ਹੈ ਜਿਸ ਤਰ੍ਹਾਂ ਦਿੱਲੀ 'ਚ ਖਤਮ ਕੀਤਾ, ਉਹਦੇ ਨਾਲ ਤੁਹਾਡਾ ਜਿਹੜਾ ਖਜ਼ਾਨਾ ਹੈਗਾ ਉਹ ਆਪਣੇ ਆਪ ਭਰਨ ਲੱਗ ਜਾਣਾ ਹੈ। ਔਰ ਉਸ ਦੇ ਨਾਲ ਤੁਸੀਂ ਸਰਕਾਰੀ ਨੌਕਰੀਆਂ ਵੀ ਦੇ ਸਕਦੇ ਹੋ, ਪੈਨਸ਼ਨਾਂ ਵੀ ਦੇ ਸਕਦੇ ਹੋ, ਇੰਡਸਟਰੀ ਨੂੰ ਵੀ ਇਨਵਾਈਟ ਕਰ ਸਕਦੇ ਹੋ, ਇੰਡਸਟਰੀ ਨੂੰ ਵੀ ਇਨਸੈਂਟਿਵਸ ਦੇ ਸਕਦੇ ਹੋ, ਉਹਨਾਂ ਨੂੰ ਸਸਤੀ ਜ਼ਮੀਨ ਦੇ, ਸਸਤੀ ਜਾਂ ਮੁਫਤ ਜ਼ਮੀਨ ਦੇ ਸਕਦੇ ਹੋ, ਸਸਤੀ ਬਿਜਲੀ ਦੇ ਸਕਦੇ ਹੋ। ਤੁਹਾਡਾ ਖਜ਼ਾਨਾ ਦਿੱਲੀ ਵਾਲਾ ਭਰਿਆ ਹੋਇਆ ਸੀ ਤੇ ਫਿਰ ਤੁਸੀਂ ਆਪਣੀ ਦਿੱਲੀ ਵਾਲੀਆਂ ਔਰਤਾਂ ਨੂੰ ਕਿਉਂ ਨਹੀਂ 1000 ਰੁਪਏ ਦਿੱਤਾ ਅਜੇ ਤੱਕ? ਪੰਜਾਬ ਦੀਆਂ ਔਰਤਾਂ ਨੂੰ ਤੁਸੀਂ ਵਾਅਦਾ ਕਰਦੇ ਹੋ। ਉੱਥੇ ਵੀ ਇਹ ਸਕੀਮ ਲਾਗੂ ਹੋਣ ਵਾਲੀ ਹੈ, ਆਉਣ ਵਾਲੇ ਕੁਝ ਦਿਨਾਂ 'ਚ ਲਾਗੂ ਹੋ ਜਾਣੀ ਹੈ। ਔਰ ਉੱਥੇ ਵੀ ਦੇਖੋ ਹੁਣ ਤੱਕ ਕਿਉਂ ਨਹੀਂ ਕੀਤੀ? ਤੁਸੀਂ 3 ਵਾਰੀ ਮੁੱਖ ਮੰਤਰੀ ਬਣ ਚੁੱਕੇ ਹੋ, ਉੱਥੇ ਕਿਉਂ ਨਹੀਂ ਕੀਤੀ ਹੁਣ ਤੱਕ ਤੁਸੀਂ? ਦਿੱਲੀ ਹੈ, ਪੰਜਾਬ ਹੈਗਾ। ਤੁਸੀਂ ਕਿੰਨਾ ਕੰਮ ਹੋਇਆ, ਲੋਕਾਂ ਨੂੰ ਕਿੰਨਾ ਕੁਝ ਮਿਲਿਆ। ਉੱਥੇ ਲੋਕਾਂ ਦੀ ਪਹਿਲੀ ਡਿਮਾਂਡ ਨਹੀਂ ਸੀਗੀ, ਉੱਥੇ ਲੋਕਾਂ ਦੀ ਪਹਿਲੀ ਡਿਮਾਂਡ ਨਹੀਂ ਸੀ। ਜਿਹੜੇ ਬ੍ਰਹਮ ਅਸਤਰ ਦੀ ਗੱਲ ਮਲਹੋਤਰਾ ਸਾਹਿਬ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ, ਇਹ ਬ੍ਰਹਮ ਅਸਤਰ ਦੀ ਗੱਲ ਜਿਹੜੀ ਹੈ ਕੁੱਲ ਮਿਲਾ ਕੇ ਸਾਰੀਆਂ ਪਾਰਟੀਆਂ ਕਰਦੀਆਂ ਨੇ ਕਿ ਚੋਣਾਂ 'ਚ ਜਿਹੜਾ ਜਿੱਤਾਂਗੇ ਔਰ ਉਸ ਤੋਂ ਬਾਅਦ ਜਿਹੜਾ ਕਰਪਸ਼ਨ ਖਤਮ ਕਰਾਂਗੇ, ਕਰਪਸ਼ਨ ਖਤਮ ਕਰਕੇ ਜਿਹੜਾ ਉਹ ਖਜ਼ਾਨਾ ਭਰਾਂਗੇ ਤੇ ਫਿਰ ਲੋਕ ਭਲਾਈ ਦੇ ਕੰਮ ਵੱਲ ਤੁਰਾਂਗੇ। ਇਹ ਬ੍ਰਹਮ ਅਸਤਰ ਹਰ ਵਾਰ ਫੇਲ ਕਿਉਂ ਹੋ ਜਾਂਦਾ ਪਾਰਟੀਆਂ ਦਾ? ਦੇਖੋ, ਮੈਨੂੰ ਪੁੱਛਿਆ ਤੇ ਮੈਂ ਦੱਸਦਾ, ਮੈਨੂੰ ਲੱਗਦਾ ਆ ਕਿ ਇਹ ਜਿਹੜੀ ਇਮਾਨਦਾਰੀ ਦਾ ਗੁਰਜ ਚੁੱਕੀ ਫਿਰਦੇ ਉਹ ਏਡੀ ਸੌਖੀ ਗੱਲ ਨਹੀਂ ਹੈਗੀ। ਇਹ ਇੱਥੇ ਇਹਨਾਂ ਦੇ ਕੇਜਰੀਵਾਲ ਜੀ ਮਿਲ ਕੇ ਗਏ ਟੀਚਰਾਂ ਨੂੰ, ਉਹ ਕਹਿੰਦੇ ਜੀ ਇਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ, ਆ ਨਹੀਂ ਹੋਇਆ, ਬਿਲਕੁਲ ਨਹੀਂ ਦਿੱਤੀਆਂ, ਕੈਪਟਨ ਨੇ ਵਾਅਦਾ ਕਰਕੇ ਧੋਖਾ ਕੀਤਾ। ਇਹ ਉੱਥੇ ਦੱਸਣ ਵੀ ਕਿੰਨੀਆਂ ਰੈਗੂਲਰ ਨੌਕਰੀਆਂ ਦਿੱਤੀਆਂ, RTI ਦੇ ਵਿੱਚ ਲੋਕਾਂ ਕੋਲ ਇਨਫੋਰਮੇਸ਼ਨ ਹੈ, ਗਿਣ ਕੇ ਦੱਸਣ ਸਾਨੂੰ ਵੀ ਉੱਥੇ ਕਿੰਨੀਆਂ 7 ਸਾਲਾਂ 'ਚ ਕਿੰਨੇ ਰੈਗੂਲਰ ਟੀਚਰ ਭਰਤੀ ਕੀਤੇ। ਇੱਕ ਵੀ ਨਹੀਂ। ਐਵੇਂ ਫਾਲਤੂ ਆਪਾਂ ਲੋਕਾਂ ਦਾ ਬੇਵਕੂਫ ਬਣਾਉਣ ਲਈ ਚੱਲੇ ਰਹਿੰਦੇ ਸਾਰੇ ਇੱਕ ਦੂਜੇ ਤੋਂ ਬਾਅਦ। ਬੇਸਿਕ ਮੁੱਦਾ ਜਿਹੜਾ ਤੁਸੀਂ ਮੈਡਮ ਜੈਸਮੀਨ ਜੀ ਨੂੰ ਗੱਲ ਕੀਤਾ ਆ, ਉਹ ਬੜਾ ਇੰਪੋਰਟੈਂਟ ਮੁੱਦਾ ਆ, C2 ਵਾਲਾ। ਕਾਂਗਰਸ ਵਾਲੇ ਵਿੱਚ ਸ਼ਾਮਲ ਨਹੀਂ ਹੋਏ, ਪਤਾ ਨਹੀਂ ਕੀ ਗੱਲ ਹੋਈ, ਨਹੀਂ ਤੇ ਉਹਨਾਂ ਦੀ ਜ਼ਿੰਮੇਵਾਰੀ ਸੀ, ਕਿਉਂਕਿ ਕਮਿਸ਼ਨ, ਸਵਾਮੀਨਾਥਨ ਕਮਿਸ਼ਨ ਉਹਨਾਂ ਨੇ ਹੀ ਬਣਾਇਆ ਸੀ, ਉਹਨਾਂ ਨੇ ਕਿਉਂ ਨਹੀਂ ਉਹਨੂੰ ਪੂਰੀ ਤਰ੍ਹਾਂ ਲਾਗੂ ਕੀਤਾ? ਉਹਦਾ ਫਾਇਦਾ ਉਠਾ ਕੇ ਵੋਟਾਂ ਲਈਆਂ ਮੋਦੀ ਜੀ ਨੇ ਪਿਛਲੀ ਟਰਮ ਦੇ ਵਿੱਚ 2014 'ਚ। ਉਦੋਂ ਬਾਅਦਾਂ ਉਹਦਾ ਹੋਈ ਨਹੀਂ, ਨਾ ਹਾਂ ਆ ਗਈ। ਉਹਦੇ 'ਚ ਬਿਲਕੁਲ ਠੀਕ ਹੈ, ਜਿੰਨੀ ਹੁਣ ਆਮਦਨ ਹੈਗੀ ਆ ਕਿਸਾਨਾਂ ਦੀ, ਉਹਦੇ ਨਾਲੋਂ ਤਕਰੀਬਨ ਤੁਸੀਂ 2.25 ਗੁਣਾ ਜਾਨੀ ਕੀਮਤ ਵਾਧੂ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ, ਝੋਨਾ, ਕਪਾਹ, ਹੋਰ ਸਾਰਾ ਵੇਚਦੇ ਹੈਗੇ, ਅਗਰ C2 ਫਾਰਮੂਲਾ ਲਾਗੂ ਹੁੰਦਾ। ਬਿਲਕੁਲ ਉਹਦਾ ਮਤਲਬ C2 ਦਾ ਸਮਝੋ, ਉਹਦੇ 'ਚ ਸਿੱਧਾ 50,000 ਰੁਪਏ ਪਰ ਏਕੜ ਤੇ ਜਿਹੜਾ ਲੈਂਡ ਰੈਂਟ ਆ, ਜਿਹੜੀ ਠੇਕਾ ਆ, ਉਹ ਜੁੜਨਾ ਉਹਦੇ 'ਚ। C2 ਦਾ ਮਤਲਬ ਹੀ ਇਹ ਆ। ਫਿਰ ਪਰਿਵਾਰ ਦੀ ਲੇਬਰ ਜੁੜਨੀ ਆ, ਫਿਰ ਉਹਦੇ 'ਚ ਜਿੰਨੇ ਖਰਚੇ ਆਏ ਉਹ ਜੁੜਨੇ ਆ, ਟੋਟਲ ਖਰਚੇ ਰੇਹ ਦਾ, ਹੋਰ ਦਾ, ਟਰੈਕਟਰ ਦੀ ਕਸਾਈ, ਟਰੈਕਟਰ ਦਾ ਡੀਜ਼ਲ, ਇਹ ਸਾਰਾ ਕੁਝ ਉਹਦੇ 'ਚ ਜੁੜਨੇ ਆ, ਬੀਜ ਦਾ ਸਾਰਾ ਕੁਝ। ਇਹ ਜੁੜਨ ਤੋਂ ਬਾਅਦ ਉਹਦੇ ਤੇ 50% ਇਹ ਸਾਰਾ ਖਰਚਾ, ਮੰਨ ਲਓ ਜੇ 1000 ਆਉਂਦਾ ਤੇ 1,500 ਸਰਕਾਰ ਨੇ ਉਹਨਾਂ ਨੂੰ ਕੀਮਤ ਦੇਣੀ ਹੈ। ਇਹਦਾ ਮਤਲਬ ਸਮਝੋ ਕਿੰਨਾ ਹੈ, ਬਹੁਤ ਜ਼ਿਆਦਾ ਉਹਦੇ ਨਾਲ ਇਨਕਮ ਇੱਕਦਮ ਵਧੂਗੀ। ਪਰ ਉਹ ਕਹਿੰਦੇ ਆ, ਸਾਡੇ ਪੰਜਾਬ ਦੇ ਵਿੱਚ ਕਹਾਵਤ ਆ, ਉਹ ਕਵੇ ਨੱਕ ਕਢਾਉਣ ਨੂੰ ਉਹ ਫਿਰੇ ਨੱਕ ਵਢਾਉਣ ਨੂੰ।
ਸਾਡੇ ਤੇ ਅਸੀਂ ਕਹਿੰਦੇ ਸਾਨੂੰ ਨੱਥ ਕਢਾ ਕੇ ਦਿਓ, ਸਾਡਾ ਸੋਹਣਾ ਹੀ ਨਹੀਂ ਲੱਗਦੇ, ਉਹ ਕਹਿੰਦੇ ਅਸੀਂ ਨੱਕ ਹੀ ਵੱਢ ਦੇਣਾ ਤੁਹਾਡਾ। ਉਹ ਤੇ ਖਰੀਦਣ ਲਈ ਨਹੀਂ ਤਿਆਰ ਕੁਝ ਵੀ। 15% ਸਾਰੀ ਜਿਹੜੀ ਸਾਡੀ ਪ੍ਰੋਡਿਊਸ ਹੋਣੀ ਆ ਉਹ ਕਰਨ ਗਿਆ। ਹੁਣ ਜਦੋਂ ਰੌਲਾ ਪਿਆ ਕਿ ਐਮਐਸਪੀ ਨੂੰ ਗਰੰਟੀ ਤੇ ਦੇ ਦਿਓ, ਤੁਸੀਂ ਇਸੇ ਤੇ ਹੀ ਦੇ ਦਿਓ ਐਮਐਸਪੀ ਦੀ। ਉਹ C2 ਦੇ ਫਾਰਮੂਲੇ ਨਾਲ ਦੀ ਬਾਅਦ ਦੀ ਗੱਲ ਹੈ, ਇਸੇ ਤੇ ਹੀ ਦੇ ਦਿਓ। ਉਹ ਕਿਤੇ ਨਹੀਂ ਦੇਣੀ, ਕਾਰਨ ਜੀ ਸਾਨੂੰ ਤਾਂ ਬਹੁਤ ਪੈਸਾ ਖਰਚਣਾ ਪਊ। ਇਹ ਫਿਰ ਦੇਸ਼ ਭਗਤੀ ਕਾਹਦੀ ਹੈ? ਜੇ ਕਿਸਾਨ ਭਗਤੀ ਨਹੀਂ, ਇਹਨਾਂ ਦੇ ਪੁੱਤ ਬਾਰਡਰਾਂ ਤੇ ਮਰਵਾਉਣ ਲਈ ਤੇ ਖੇਤਾਂ 'ਚ ਮਰਵਾਉਣ ਲਈ ਰੱਖੇ ਹੋਏ ਆ। ਇਹ ਐਵੇਂ ਆਪਾਂ ਵਾਧੂ ਫਾਲਤੂ ਗੱਲਾਂ ਨਾ ਕਰੀਏ। ਦੇਸ਼ ਨੂੰ ਲਗਾਤਾਰ ਅਸੀਂ ਬੇਵਕੂਫ ਬਣਾ ਕੇ ਵੋਟਾਂ ਲੈਨੇ ਆ। ਵਕਤ ਆ ਗਿਆ, ਲੋਕ ਜਾਗਰੂਕ ਹੋ ਗਏ ਆ। ਉਹਨਾਂ ਕਿਤੇ ਕਰ ਦਿੰਦੇ ਜਿੰਨਾ ਕੁ ਉਹਨਾਂ ਦਾ ਬਣਦਾ। ਠੀਕ ਹੈ, ਭਾਜਪਾ ਦੇ ਬੁਲਾਰੇ ਜੁੜੇ ਨੇ ਤਾਂ ਜਵਾਬ ਲੈ ਲਈਏ। ਮੈਂ ਮਲਹੋਤਰਾ ਸਾਹਿਬ ਆਉਂਗਾ, ਤੁਹਾਡੇ ਕੋਲ ਰਿਐਕਸ਼ਨ ਲਵਾਂਗਾ ਮੈਂ। ਜੈਸਮੀਨ ਜੀ, ਇਨਕਮ ਡਬਲ ਦਾ ਵਾਅਦਾ PM ਮੋਦੀ ਨੇ ਵੀ ਕੀਤਾ ਸੀ, 22 ਦੇ ਵਿੱਚ ਇਨਕਮ ਡਬਲ ਹੋਣ ਜਾ ਰਹੀ ਹੈ ਫਿਰ ਕਿਸਾਨਾਂ ਦੀ ਹੁਣ? देखो जी, मैं बिल्कुल कई गल्लां सहमत हाँ प्रोफेसर साहब ने, जो प्रोफेसर साहब ने कही ने, क्योंकि मैं खुद एक खुद काश्त फार्मर हाँ कपूरथले जरूर होना चाहिए। कोई कंपल्शनस होणगियां, साडी इकोनॉमी, असी थर्ड वर्ल्ड कंट्री हाँ, पॉलिटिशियंस वादे करते ने नहीं पूरे करते, पर मैनू ये पूरा यकीन है कि मोदी साहब जरूर साल डेढ़ दे विच जरूर बहुत कुछ फार्मर्स लिए लैके आएंगे और इनकम जरूर इंप्रूव होएगी। चलो ठीक है, मैं लास्ट रिएक्शन जिहड़ा वो आम आदमी पार्टी के बुलारे की कहना चाहते ने? मैं प्रोफेसर साहब की गल का जवाब देना चाहांगा कि कह रहे सी कि दिल्ली च किन्नियां क नौकरियां दित्तियां। मैं प्रोफेसर साहब नूं पूछना चाहांगा कि सर दिल्ली विच कोई प्रोटेस्ट होंदे नजर आ रहे हैं तुहानूं? जिन्ने पंजाब विच हो रहे हैं, दिल्ली च प्रोटेस्ट होंदे नजर आ रहे हैं? जे आ रहे हैं लोकां दे कोल प्रोटेस्ट करन दा टाइम ही नहीं है। दिल्ली विच लोकां कोल नौकरियां हैगियां, ਇਹ ਗੱਲ ਨਹੀਂ ਮਹਾਰਾਜ, ਉਹਨਾਂ ਕੋਲੇ ਬਿਜ਼ਨਸ ਨੇ। ਦੂਜਾ ਪੁਆਇੰਟ ਪ੍ਰੋਫੈਸਰ ਸਾਹਿਬ, you are really mixing with the things. ਇੱਕ ਮਿੰਟ ਪਲੀਜ਼, they have the big businesses. Please let me, they don't have time to please let me finish. Please let me finish. ਸਰ ਤੁਸੀਂ ਕਹਿੰਦੇ ਹੋ ਕਿ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਹੈਗੀਆਂ। ਸਰ ਤੁਸੀਂ ਪ੍ਰੋਫੈਸਰ ਰਹੇ ਹੋ, ਤੁਹਾਡੇ ਕਲਾਸ ਵਿੱਚ ਇੰਨੇ ਸੈਂਕੜੇ ਬੱਚੇ ਪੜ੍ਹਦੇ ਹੋਣੇ ਆ ਕਿ ਕਦੀ ਐ ਹੋਇਆ ਕੋਈ ਨਵਾਂ ਬੱਚਾ ਆਇਆ ਹੋਏ ਤੇ ਉਹਦਾ ਟੈਸਟ ਲਿੱਤੇ ਬਿਨਾਂ ਤੁਸੀਂ ਉਹਨੂੰ ਨਲਾਇਕਾਂ 'ਚ ਪਾਤਾ ਹੋਵੇ? प्लीज, आम आदमी पार्टी ने तो अजे कोई टेस्ट ही नहीं दिता, साडी तो सरकार ही नहीं बनी। प्लीज एक बारी साडी सरकार बनन दिओ, फिर सानू जो मर्जी कह रहे हो। जिथे तक तुसीं धरना प्रदर्शन की गल कीती है, तो इतिहास इस चीज का भी गवाह है कि जिस वेले तीन खेती कानून पास होए ने, सब तो पहली आवाज जिहड़ी है पंजाब च उठी है। पंजाब दे विच लोग किते ना किते धरना प्रदर्शन करदे ने, और अगर कोई नीति खराब हुंदी है तो उत्थे APMC एक्ट 2006 ਦੇ ਵਿੱਚ ਬਿਹਾਰ ਦੇ ਵਿੱਚ ਜਿਹੜਾ ਹਟਾ ਦਿੱਤਾ ਗਿਆ, ਪਰ ਬਿਹਾਰ ਦੇ ਵਿੱਚ ਐਡੀ ਵੱਡੀ ਆਵਾਜ਼ ਨਹੀਂ ਉੱਠੀ। ਜਦੋਂ ਕਿ ਪੰਜਾਬ ਦੇ ਵਿੱਚ ਜਿਹੜੇ ਤਿੰਨ ਖੇਤੀ ਕਾਨੂੰਨ ਜਦੋਂ ਲਾਗੂ ਹੁੰਦੇ ਨੇ ਤਾਂ ਆਵਾਜ਼ ਉੱਠਦੀ ਹੈ। ਤਾਂ ਪੰਜਾਬ ਦੇ ਲੋਕ ਅਕਸਰ ਜਿਹੜੇ ਨੇ ਉਹ ਅਗਰ ਕੁਝ ਚੀਜ਼ ਗਲਤ ਹੁੰਦੀ ਹੈ ਤਾਂ ਉਹਦੇ ਤੇ ਪ੍ਰਦਰਸ਼ਨ ਜ਼ਰੂਰ ਕਰਦੇ ਨੇ। ਨਹੀਂ, ਇਤਿਹਾਸ ਗਵਾਹ ਹੈ ਜੀ, ਸਾਰੀਆਂ ਜਿਹੜੀਆਂ ਮੂਵਮੈਂਟਸ ਨੇ ਪੰਜਾਬ ਤੋਂ ਚੱਲਦੀਆਂ ਨੇ, ਪਹਿਲਾਂ ਸ਼ੁਰੂ ਹੁੰਦੀਆਂ ਨੇ, ਬਿਲਕੁਲ ਪੰਜਾਬ ਤੋਂ ਸ਼ੁਰੂ ਹੁੰਦੀ ਹੈ। ਜਸਮੀਨ, ਠੀਕ ਹੈ, ਤਮਾਮ ਮਹਿਮਾਨਾਂ ਦਾ ਬਹੁਤ ਅੱਜ ਵੀ ਕਿਸਾਨਾਂ ਦੀ ਮੂਵਮੈਂਟ ਦੇ ਵਿੱਚ ਅਗਰ ਜਿੱਤੇ ਤਾਂ ਪੰਜਾਬ ਦੇ ਪ੍ਰੈਸ਼ਰ ਕਰਕੇ ਜਿੱਤੇ ਆ, ਹੋਰ ਕਿਸੇ ਦੇ ਕਰਕੇ ਨਹੀਂ ਜਿੱਤੇ। ਪ੍ਰੋਟੈਸਟ ਨਹੀਂ ਹੈਗਾ ਤਾਂ ਫਿਰ ਇਹਦਾ ਮਤਲਬ ਲੋਕ ਬਹੁਤ ਖੁਸ਼ ਆ, ਉੱਥੇ ਮਾਲਾ ਫੇਰ ਰਹੇ ਆ ਕੇਜਰੀਵਾਲ ਦੀ। ਇਹ ਗੱਲ ਨਹੀਂ ਹੁੰਦੀ ਹੈ। ਲੋਕ ਇੰਨੇ ਦੱਬੇ ਹੋਏ ਆ, ਲੋਕ ਇੰਨੇ ਡਿਸਆਰਗੇਨਾਈਜ਼ਡ ਆ, ਲੋਕ ਇੰਨੇ ਗੁਰਬਤ ਵਿੱਚ ਰਹਿ ਰਹੇ ਆ ਕਿ ਉਹ ਪ੍ਰੋਟੈਸਟ ਕਰਨ ਦੇ ਜੋਗੇ। ਸਾਰੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ, ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ, ਜੇ ਤੁਹਾਡੇ ਰਿਸ਼ਤੇਦਾਰ ਦਿੱਲੀ ਹੈਗੇ ਆ, ਪਲੀਜ਼ ਉਹਨਾਂ ਨੂੰ ਫੋਨ ਕਰੋ, ਉਹਨਾਂ ਤੋਂ ਪੁੱਛੋ। ਜਿਹੜਾ ਵੀ ਦੋਸਤ ਮਿੱਤਰ ਰਿਸ਼ਤੇਦਾਰ ਜਾਣਕਾਰ ਦਿੱਲੀ ਹੈਗਾ, ਪਲੀਜ਼ ਉਹਨਾਂ ਨੂੰ ਫੋਨ ਕਰੋ ਤੇ ਪੁੱਛੋ ਕਿ ਦਿੱਲੀ 'ਚ ਕੰਮ ਹੋਇਆ ਕਿ ਨਹੀਂ ਹੋਇਆ, ਕੀ ਉੱਥੇ ਛੁੱਟੀ ਹੈ ਕਿ ਨਹੀਂ। ਸੋ ਤਮਾਮ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਮਨਜੀਤ ਸਿੰਘ, ਬੰਦ ਕਰ ਲਈ ਪੋਲਿਊਸ਼ਨ। ਸੁਪਰੀਮ ਕੋਰਟ ਨੇ ਝਿੜਕਾਂ ਮਾਰੀਆਂ ਕਿ ਨਹੀਂ ਤੁਹਾਨੂੰ? ਤੁਸੀਂ ਆਪਣੇ ਚਾਰ ਦਿੱਲੀ ਸਰਕਾਰ ਨੂੰ ਨਹੀਂ ਕਿਹਾ, ਸਾਰਿਆਂ ਨੂੰ ਕਿਹਾ ਉਹਨਾਂ ਨੇ। ਨਹੀਂ ਦਿੱਲੀ ਸਰਕਾਰ ਨੂੰ ਨਹੀਂ ਕਿਹਾ, ਉਹਨਾਂ ਨੇ ਸਾਰਿਆਂ ਨੂੰ ਕਿਹਾ ਹੈਗਾ। ठीक है प्रोफेसर साहब, मेरे को समय समाप्त हो चलिया। सो तमाम मेहमानों का बहुत बहुत धन्यवाद। प्रोफेसर मनजीत सिंह जुड़े सियासी बाहर आम आदमी पार्टी तो, RPS मल्होत्रा और जैसमीन संधावालिया जी BJP तो, ਤੇ ਇਸ ਦੇ ਨਾਲ ਹੀ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਜਿਹੜੇ ਅਕਾਲੀ ਦਲ ਤੋਂ ਜੁੜੇ ਸੀ। ਤਮਾਮ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਚਰਚਾ ਕਰ ਰਹੇ ਸੀ ਕਿ ਜੋ ਚਿੱਠੀ ਲਿਖੀ ਗਈ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ, ਜੋ ਕੇਂਦਰ ਦੀ ਸਰਕਾਰ ਨੂੰ ਕਰਜ਼ਾ ਮੁਆਫੀ ਨੂੰ ਲੈ ਕੇ ਚਿੱਠੀ ਲਿਖੀ ਹੈ ਔਰ अर्ज की है कि कर्जा मुआफी जिहड़ा केंद्र सरकार करे, कोई इफेक्टिव पॉलिसी बनावे, उस दे तहत कर्जा मुआफी करे, पंजाब सरकार भी अपना हिस्सा पावेगी। पर यह दिलचस्प इस लई बन जाता है कि चोणां तो पहलां, बिल्कुल चोणां तो पहलां अगर अजिहा
ਕੋਈ ਚਿੱਠੀ ਪੱਤਰ ਕੇਂਦਰ ਸਰਕਾਰ ਨੂੰ ਲਿਖੀ ਜਾਂਦੀ ਹੈ ਤਾਂ ਕੀ ਜਿਹੜੀ ਪੰਜਾਬ ਦੀ ਸਰਕਾਰ ਹੈ ਆਪਣੇ ਜੋ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ? ਕਿਉਂਕਿ 2017 ਇਲੈਕਸ਼ਨਸ ਦੇ ਵਿੱਚ ਪੰਜਾਬ ਕਾਂਗਰਸ ਦਾ ਹੀ ਇੱਕ ਵੱਡਾ ਵਾਅਦਾ ਸੀ ਕਿ ਅਗਰ ਉਹਨਾਂ ਦੀ ਸਰਕਾਰ ਸੂਬੇ ਦੇ ਵਿੱਚ ਬਣਦੀ ਹੈ, ਜੋ ਕਿ ਬਣੀ, ਕਿ ਅਗਰ ਉਹਨਾਂ ਦੀ ਸਰਕਾਰ ਸੂਬੇ 'ਚ ਬਣਦੀ ਹੈ ਤਾਂ ਕਿਸਾਨਾਂ ਦਾ ਜਿਹੜਾ ਸਮੁੱਚਾ ਕਰਜ਼ਾ ਜਿਹੜਾ ਉਹ ਮਾਫ ਕੀਤਾ ਜਾਵੇਗਾ। ਪਰ ਫਿਲਹਾਲ ਤਾਂ ਘੜੀ ਤੱਕ ਜਿਹੜਾ 490 ਕਰੋੜ ਇੱਕ ਔਰ 4700 ਕਰੋੜ ਇੱਕ ਔਰ 590 ਕਰੋੜ ਇੱਕ, ਇਹ ਦੋ ਫਿਗਰਸ ਨੇ ਜਿਹੜੀਆਂ ਮੇਰੇ ਕੋਲ ਹੈਗੀਆਂ ਨੇ ਕਿ ਇਹ ਕਰਜ਼ਾ ਜਿਹੜਾ ਮਾਫ ਹੋਇਆ, ਜਦੋਂ ਕਿ ਇਸ ਦੇ ਉਲਟ ਜਿਹੜਾ ਹੁਣ ਮੌਜੂਦਾ ਕਰਜ਼ਾ ਬਣਿਆ ਹੋਇਆ ਤਕਰੀਬਨ 77,000 ਕਰੋੜ ਤੋਂ ਉੱਪਰ ਦਾ ਕਰਜ਼ਾ ਬਣਿਆ ਹੋਇਆ। ਸੋ ਉਹ ਮਾਫ ਕਿਵੇਂ ਹੋਵੇਗਾ, ਕਿਸਾਨ ਉਸ ਕਰਜ਼ੇ ਦੇ ਵਿੱਚੋਂ ਕਿਵੇਂ ਨਿਕਲੇਗਾ, ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਔਰ ਇਹ ਲੋਕ ਤੈਅ ਕਰਨਗੇ। 2017 ਦੀਆਂ ਚੋਣਾਂ ਦੇ ਹੋਈਆਂ ਸੀ, ਉਸ ਵੇਲੇ ਲੋਕਾਂ ਨੇ ਤੈਅ ਕੀਤਾ ਸੀ, ਹੁਣ 2022 ਦੀਆਂ ਚੋਣਾਂ ਦੇ ਵਿੱਚ ਲੋਕ ਤੈਅ ਕਰਨਗੇ ਕਿ ਕਿਸ ਪਾਰਟੀ ਨੂੰ ਲਿਆ ਕੇ ਉਹ ਇਹ ਕਰਜ਼ਾ ਜਿਹੜਾ ਆਪਣੇ ਸਿਰੋਂ ਲਾ ਸਕਦੇ ਨੇ। ਸੋ ਫਿਲਹਾਲ ਇਸ ਚਰਚਾ ਦੇ ਵਿੱਚ ਇੰਨਾ ਹੀ। ਜੁੜੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ।